ਅਸੀਂ ਜ਼ੋਮੈਟੋ 'ਚ 2018 ਤੋਂ ਕੰਮ ਕਰ ਰਹੇ ਹਾਂ, ਜਦ ਦੀ ਜ਼ੋਮੈਟੋ ਇੱਥੇ ਆਈ ਹੈ। ਪਰ ਜਦੋਂ ਪਹਿਲੇ ਜੋ ਜਦ ਦੀ ਗਿਗਸ ਆਈ ਹੈ ਉਸ ਤੋਂ ਪਹਿਲੇ ਰੇਟ ਕਾਰਡ ਸੀ। ਰੇਟ ਕਾਰਡ 'ਤੇ ਸਾਡੀ ਇਨਕਮ ਵਧੀਆ ਸੀ ਕਿ ਸਾਰੇ ਜਿੰਨੇ ਮਤਲਬ ਕੰਮ ਕਰਦੇ ਬੰਦੇ ਸਭ ਦਾ 6,500 ਤੋਂ 8,000 ਦੇ ਵਿੱਚ ਪੇ ਆਊਟ ਬਣਦਾ ਸੀ ਹਫਤੇ ਦਾ, ਤੇ ਇਨਕਮ ਵਧੀਆ ਹੁੰਦੀ ਸੀ ਸਾਰੇ ਕੁਝ ਤੇ ਹੁਣ ਇਹਨਾਂ ਨੇ ਗਿਗਸ ਲਿਆ ਕੇ ਇਹ ਜਿਹਾ ਸਿਸਟਮ ਕਰਤਾ ਵਾ ਕਿ ਮਰਜ਼ੀ ਨਾਲ ਕੰਪਨੀ ਪੈਸੇ ਦਿੰਦੀ ਹੈ। ਕਿਸੇ ਆਰਡਰ ਦੇ 50 ਰੁਪਏ ਦੇਣ ਦੀ, ਕਿਤੇ 42 ਦੇਣ ਦੀ, 44 ਦੇਣ ਦੀ। ਲਾਅ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਪਹਿਲਾਂ ਅਸੀਂ ਜਦੋਂ ਕਿਤੇ ਵੀ ਜੌਬ ਕਰਨ ਲੱਗਦੇ ਅਸੀਂ ਟਰਮ ਐਂਡ ਕੰਡੀਸ਼ਨ ਪੜ੍ਹੀਆਂ, ਸਾਨੂੰ 12 ਖਾਧਾ ਅਸੀਂ ਤਾਂ ਜੌਬ ਕਰਨ ਲੱਗੇ। ਉਸ ਤੋਂ ਬਾਅਦ ਇਹਨਾਂ ਨੇ 6 ਮਹੀਨੇ ਹੋਏ ਆ, ਸਾਨੂੰ ਪੁੱਛਿਆ ਨਹੀਂ, ਸਾਡਾ ਕੁਝ ਨਹੀਂ। ਇਹਨਾਂ ਨੇ ਆਪਣੇ ਆਪ ਸਾਰੀਆਂ ਟਰਮ ਐਂਡ ਕੰਡੀਸ਼ਨ ਚੇਂਜ ਕਰਤੀਆਂ, ਉਹ ਰੇਟ ਕਾਰਡ ਬੰਦ ਕਰਕੇ ਗਿਗਸ ਲਾਗੂ ਕਰਤੀ। 14 ਘੰਟੇ ਬੰਦੇ ਕੰਮ ਕਰਦੇ ਆ, ਉਹ ਪੇ ਆਊਟ ਬਣਦਾ 500-600 ਰੁਪਇਆ, ਜਿਸ 'ਚੋਂ 200 ਰੁਪਏ ਦਾ ਤੇਲ ਲੱਗ ਜਾਂਦਾ, ਬਾਕੀ ਦੇਖ ਲਓ ਕਿਆ ਬਚਦਾ। ਪਰ ਉੱਪਰ ਤੋਂ ਸਾਨੂੰ ਧਮਕੀ ਦਿੰਦੇ ਜੇ ਕੋਈ ਸਟ੍ਰਾਈਕ ਕਰਦਾ ਤਾਂ ਅਸੀਂ ਉਹਦੀ ਆਈਡੀ ਬੰਦ ਕਰ ਦਾਂਗੇ। ਸਾਡੇ ਪਾ ਹੋਰ ਮੁੰਡੇ ਬਹੁਤ ਆ, ਜੇ ਕੰਮ ਕਰਨਾ ਕਰੋ, ਨਹੀਂ ਕਰਨਾ ਨਾ ਕਰੋ। ਅਬ ਜਿੱਦਾਂ ਉਹ ਕਹਿੰਦੇ ਆ ਵੀ ਸਾਡੇ ਕੋਲ ਹੋਰ ਮੁੰਡੇ ਬਹੁਤ ਹੈਗੇ ਆ ਬਾਈ, ਅਸੀਂ ਰੱਖ ਲਾਂਗੇ, ਤੁਸੀਂ ਆਪਣਾ ਜਾਓ ਘਰੇ ਆਰਾਮ ਕਰੋ, ਫਿਰ ਤੁਸੀਂ ਕਿਉਂ ਜਦੋਂ ਵੀ ਕਰਨਾ ਹੀ ਕਰਨਾ ਇਹ? ਹੁਣ ਮੈਂ BBA ਕੀਤੀ ਹੋਈ ਹੈ ਜੀ, ਪੜ੍ਹ ਲਿਖ ਕੇ ਜੀ ਇੱਥੇ ਅੱਧੇ ਬੰਦੇ ਆ ਜੀ, ਕਿਸੇ ਨੇ MA ਕੀਤੀ, ਕਿਸੇ ਨੇ BA ਕੀਤੀ, ਇੱਥੇ ਅਨਪੜ੍ਹ BBA ਕੀਤੀ ਹੈ ਤੁਸੀਂ? ਹਾਂਜੀ। ਫਿਰ ਆਪਾਂ ਜੇ ਮਿਲਦੀਆਂ ਹੀ ਨਹੀਂ ਹੈ ਕਿੱਥੇ ਜਾਈਏ ਜੀ, ਘਰ ਤਾਂ ਚਲਾਉਣਾ ਹੀ ਹੈ ਜੀ ਅਸੀਂ ਆਪਣਾ। ਕਿੰਨੇ ਪੜ੍ਹੇ ਹੋ ਭਾਜੀ BA BEd ਹੈ ਜੀ। BA BEd? ਹਾਂਜੀ। ETT ਵੀ ਹੈ। ETT ਵੀ ਆ? CA ਵੀ ਕਰੀ ਹੋਈ ਹੈ ਜੀ। ਅੱਛਾ ਜੀ। ਹਾਂਜੀ। ਪਰ ਹੁਣ ਭਾਜੀ ਮਜਬੂਰੀ ਆ, ਦੇਖੋ ਕੰਮ ਤਾਂ ਕਰਨਾ ਹੀ ਆ, ਬੱਚੇ ਪਾਲਣੇ ਆ, ਘਰ ਦਾ ਹੁਣ ਤਾਂ ਅਧਿਆਪਕ ਬਹੁਤ ਪੱਕੇ ਕੀਤੇ ਗਏ ਆ ਜੀ, ਹਜ਼ਾਰਾਂ ਦੀ ਗਿਣਤੀ ਵਿੱਚ ਤਾਂ ਉਹਨਾਂ ਨੂੰ ਭਗਵੰਤ ਮਾਨ ਸਾਹਿਬ ਨੇ ਆਪ ਜਿਹੜੇ ਹੈਗੇ ਨਿਯੁਕਤੀ ਪੱਤਰ ਵੰਡੇ ਆ। CA ਜੋ ਵੀ ਉਹਨਾਂ ਨੂੰ ਮਿਲਦੇ ਤੇ ਭੱਤੇ ਉਹ ਸਾਰੇ ਖਤਮ ਹੋ ਗਏ ਆ। ਤੇ ਉਹ ਸੈਲਰੀ ਕਿੰਨੀ ਰਹਿ ਗਈ ਆ ਉਹਨਾਂ ਦੀ ਟੀਚਰਾਂ ਦੀ? ਉਹ 9,300 ਰੁਪਈਆ ਕੁਛ ਇੰਨੀ ਕੁ ਬਣਦੀ ਆ। ਤੇ ਇੰਨੀ ਸੈਲਰੀ ਤੇ ਤਾਂ ਅਸੀਂ ਇੰਨਾ ਤਾਂ ਅਸੀਂ ਬਾਹਰ ਹੀ ਕਮਾ ਸਕਦੇ ਹਾਂ, ਫਿਰ ਇਸ ਤੋਂ ਵੱਧ ਕਮਾ ਸਕਦੇ ਹਾਂ। ਸਟ੍ਰਾਈਕਾਂ ਤਾਂ ਫਿਰ ਉੱਧਰ ਵੀ ਬਾਈ ਕਰਨੀਆਂ ਪੈ ਰਹੀਆਂ ਸੀ, ਉਹ ਵੀ ਤਾਂ ਕਰੇ ਰਹੇ, ਸਟ੍ਰਾਈਕਾਂ ਦਾ ਅਧਿਆਪਕ ਵੀ ਕਰ ਰਹੇ ਸੀ, ਹੁਣ ਇੱਥੇ ਵੀ ਕਰ ਰਹੇ ਹੋ। ਕੀ ਲੱਗਦਾ ਜ਼ਿੰਦਗੀ ਫਿਰ ਸਟ੍ਰਾਈਕਾਂ 'ਚ ਨਿਕਲ ਜੂਗੀ? ਹਾਂਜੀ ਹਾਂ, ਬਿਲਕੁਲ ਸਟ੍ਰਾਈਕਾਂ 'ਚ ਹੀ ਨਿਕਲਣੀ ਹੈ ਜੀ। ਇਸ ਹਿਸਾਬ ਨਾਲ ਜ਼ਿੰਦਗੀ ਜਿਹੜੇ ਹਿਸਾਬ ਨਾਲ ਹੋ ਰਹੀਆਂ ਵੀ ਸਾਨੂੰ ਸ਼ੋਅ ਕਰ ਦੇਵੇ ਕੋਈ ਬੰਦਾ ਸੈਲਰੀ ਤੇ ਲੱਗਦਾ ਹੈ, ਦੱਸੀ ਜਾਂਦੀ ਨਾ ਵੀ 10,000 15,000 20,000 5,000, ਇਹਨਾਂ ਦਾ ਵੱਲੋਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਜੀ ਹੁਣ ਵੀ ਹਾਂ ਇੰਨੇ ਤੁਹਾਨੂੰ ਪੈਸੇ ਮਿਲੂਗੇ। ਇਹ ਇਹੀ ਕਹੀ ਜਾਂਦੇ ਕਿ ਤੁਹਾਡਾ ਪੇ ਆਊਟ ਬਸ 4,000 ਤੇ ਪਲੱਸ ਬਣੂਗਾ। ਉਹ 4,000 ਪਲੱਸ ਦੇ ਵਿੱਚੋਂ ਇਹ ਨਹੀਂ ਦੇਖਦੇ ਕਿ ਤੇਲ ਦਾ ਖਰਚਾ ਵੀ ਕੱਢਣਾ ਹੈ, ਜਾਂ ਕੋਈ ਆਪਣਾ ਗੱਡੀ ਦਾ ਵੀ ਖਰਚਾ ਕੱਢਣਾ ਹੈ, ਜਾਂ ਫਿਰ ਆਪਣਾ ਮਾੜਾ ਮੋਟਾ ਖਾਣਾ ਪੀਣਾ ਉਹ ਵੀ ਕੱਢਣਾ। ਸਿਰਫ 4,000 ਦੇਖੀ ਜਾਂਦੇ ਕਿ ਪੇ ਆਊਟ 4,000 ਬਣ ਗਿਆ ਜੀ ਤੁਹਾਡਾ। ਪ੍ਰਦੇਸ਼ 'ਚ ਮੁੱਖ ਮੰਤਰੀ ਸਾਹਿਬ ਜਾ ਕੇ ਕਹਿੰਦੇ 31,000 ਅਸੀਂ ਸਰਕਾਰੀ ਨੌਕਰੀ ਦਿੱਤੀ ਆ, ਤੁਸੀਂ ਕਹਿ ਰਹੇ ਵੀ ਸਾਨੂੰ ਪ੍ਰਾਈਵੇਟ ਵੀ ਨਹੀਂ ਮਿਲ ਰਹੀ। ਫੋਨ ਆਇਆ ਮੈਨੂੰ ਇੱਕ ਵਾਰ, ਹਾਂਜੀ ਤੁਸੀਂ ਜੌਬ ਲਈ ਗਵਰਨਮੈਂਟ ਕੋਲ ਅਪਲਾਈ ਕੀਤਾ ਸੀਗਾ ਬਈ ਆ ਜਾਓ। ਮੈਂ ਕਿੱਥੇ ਆਣਾ ਜੀ? ਕਹਿੰਦਾ CM ਆਟੋ ਆ ਜਾਓ, 6,000 ਦੀ ਨੌਕਰੀ ਆ। ਮੈਂ ਕਿਹਾ ਉਹ ਤਾਂ ਮੈਂ ਆਪੇ ਲੈ ਲੈਣੀ, ਫਿਰ ਮੈਂ ਤੁਹਾਤੋਂ ਕੀ ਕਰਾਉਣਾ ਉਹਦੇ ਵਾਸਤੇ? ਆਹ ਸਰਕਾਰਾਂ ਦਿੰਦੀਆਂ ਜੀ। ਪਹਿਲਾਂ ਸਾਡਾ ਵਧੀਆ ਤਰੀਕੇ ਨਾਲ ਚੱਲਦਾ ਹੁੰਦਾ ਸੀਗਾ ਕੰਮ, ਸਾਨੂੰ ਪਤਾ ਲੱਗਦਾ ਸੀਗਾ ਵੀ ਹਾਂ ਸਾਡੇ ਪੈਸੇ ਚਾਰ ਘਰ ਜੁੜ ਵੀ ਰਹੇ ਆ। ਤੇ ਹੁਣ ਤਾਂ ਬਿਲਕੁਲ ਵੀ ਸਾਨੂੰ ਕਿਸੇ ਵੀ ਚੀਜ਼ ਤੋਂ ਵੀ ਗਏ ਅਸੀਂ ਹੁਣ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ, ਬਿਲਕੁਲ ਨਹੀਂ ਮੁੱਲ ਪੈ ਰਿਹਾ ਜੀ। ਮਤਲਬ ਸਮਕਾ ਅੱਧਾ ਰਹਿ ਗਿਆ ਹੁਣ। ਕਿੱਥੇ ਸਾਡੇ 6,000 7,000 8,000 ਬਣਦੇ ਸੀਗੇ, ਹੁਣ ਕਿੱਥੇ ਸਾਡੇ ਸਾਰੇ 4,000 4,200 ਦੇ ਕੰਮ ਰਹਿ ਗਿਆ। ਕੀ ਲੱਗਦਾ ਤੁਹਾਨੂੰ ਵੀ ਤੁਹਾਨੂੰ ਬਿਲਕੁਲ ਦੱਬਿਆ ਜਾ ਰਿਹਾ, ਬਾਕੀ ਨੂੰ ਫਾਇਦਾ ਹੋ ਰਿਹਾ, ਹੋ ਕੀ ਰਿਹਾ ਹੈ ਅਸਲ 'ਚ? ਸਾਨੂੰ ਮੈਂਸ਼ਨ ਤਾਂ ਕਰੇ ਭਾਈ ਤੁਹਾਨੂੰ ਇੰਨੇ ਰੁਪਏ, ਚਾਹੇ 2 ਰੁਪਏ ਕਿਲੋਮੀਟਰ ਦੇਵੇ, ਦੱਸੇ ਤਾਂ ਸਹੀ, ਮੈਂਸ਼ਨ ਤਾਂ ਕਰੇ, ਕਿਤੇ ਲਿਖ ਕੇ ਦੇਵੇ ਤੁਹਾਨੂੰ ਇੰਨੇ ਰੁਪਏ ਕਿਲੋਮੀਟਰ ਦੇਣਾ, ਪੁੱਗਦਾ ਕਰੋ, ਨਹੀਂ ਪੁੱਗਦਾ ਨਾ ਕਰੋ। ਤੇ ਸ਼ੋਅ ਹੀ ਨਹੀਂ ਕਰ ਰਹੇ ਕਿਤੇ ਵੀ ਅਸੀਂ ਕਿੰਨੇ ਰੁਪਏ ਕਿਲੋਮੀਟਰ ਦੇਣਾ, ਕਿਆ ਕਰਨਾ ਕਿਆ ਨਹੀਂ ਕਰਨਾ। ਗਿਗਸ ਵੀ ਸਾਡੇ ਉੱਪਰ ਬੇਮਤਲਬ ਤੇ ਲਿਆ ਕੇ ਥੋਪ ਦਿੱਤੀ ਗਈ। ਗਿਗਸ ਤੁਹਾਡੇ ਗਲੇ ਦਾ ਫੰਦਾ ਹੈ? ਗਲੇ ਦਾ ਫੰਦਾ ਇਹ ਸਾਡੇ ਉੱਤੇ ਜ਼ਬਰਦਸਤੀ ਥੋਪਤੀ। ਅਸੀਂ ਮਨਾ ਕੀਤਾ ਕਿ ਅਸੀਂ ਗਿਗਸ ਨਹੀਂ ਚਲਾਣੀ, ਅਸੀਂ ਰੇਟ ਕਾਰਡ ਨਾਲ ਕੰਮ ਕਰ ਰਹੇ ਸੀ, ਬਹੁਤ ਖੁਸ਼ ਆ, ਸਾਨੂੰ ਵਧੀਆ ਆ। ਅਸੀਂ ਇਹੀ ਟਰਮ ਐਂਡ ਕੰਡੀਸ਼ਨਾਂ ਦੇਖ ਕੇ, ਇਹੀ ਬੈਨੀਫਿਟ ਦੇਖ ਕੇ ਉਰੇ ਆਏ ਸੀ ਕੰਮ ਕਰਨ ਵਾਸਤੇ। ਪਰ ਉਹਨਾਂ ਨੇ ਧੱਕਾ, ਕਹਿੰਦੇ ਨਹੀਂ ਆਉਣੇ ਵਾਲਾ ਫਿਊਚਰ ਸਾਡੀ ਕੰਪਨੀ ਦਾ ਤਾਂ ਗਿਗਸ ਦਾ, ਜੇ ਪੁੱਗਦਾ ਕਰੋ, ਨਹੀਂ ਪੁੱਗਦਾ ਜਾਓ। ਆਪਾਂ ਅੱਜ ਕੰਪਨੀ ਸਾਡੇ TL ਸਰ ਆਏ ਦੇ, ਹਜੇ ਵੀ ਇੱਥੇ ਹੀ ਹੈਗੇ ਆ। ਤੇ ਉਹਨਾਂ ਨੇ ਮੈਂ ਪੁੱਛਿਆ ਸੀ ਕਿ ਵੀ ਤੁਸੀਂ ਮੈਨੂੰ ਦੱਸੋ ਕਿ ਮੈਂ ਆਪਣੀ ਪਰਫਾਰਮੈਂਸ ਨੂੰ ਠੀਕ ਕਰਨ ਵਾਸਤੇ ਇੱਕ ਦਿਨ ਦੇ ਅੰਦਰ ਕਿੰਨੇ ਘੰਟੇ ਕੰਮ ਕਰਾਂ ਔਰ ਕਿੰਨੇ ਆਰਡਰ ਲਗਾਵਾਂ, ਤਾਂ ਕਿ ਮੇਰੇ ਕੋਲ ਜਿਹੜੇ ਜਸਟੀਫਾਈ ਮੇਰੇ ਕੋਲ ਪੈਸੇ ਆਣ ਮੇਰੇ ਕੋਲ ਲਗਾਏ ਗਏ ਆ। ਸਰ ਤੁਸੀਂ TL ਲਓ ਜੀ ਇਹਨਾਂ ਦੇ। ਸਰ ਦੇਖੋ ਬਹੁਤ ਸਾਰੇ ਇਲਜ਼ਾਮ ਆ, ਤੁਹਾਨੂੰ ਜਵਾਬ ਹੁਣ ਇਹਨਾਂ ਨੇ ਦਿਖਾਇਆ ਜੀ 2 ਕਰੋੜ ਦਾ ਫਾਇਦਾ, ਪਿਛਲੇ ਮਹੀਨੇ ਦਿਖਾਇਆ। ਇਸ ਵਾਰ ਜੋ ਇਹਨਾਂ ਨੇ ਰਿਟਰਨ ਫਾਈਲ ਕੀਤੀ ਉਹ 'ਚ ਦਿਖਾਇਆ ਬਈ ਜ਼ੋਮੈਟੋ ਫਾਇਦੇ 'ਚ ਆ ਗਈ 2 ਕਰੋੜ ਦੇ। ਮਤਲਬ ਕਿ ਉਹ ਸਾਡੇ ਸਿਰ ਤੇ ਫਾਇਦੇ 'ਚ ਆ ਗਈ, ਗਿਗਸ 'ਚ ਲਿਆਉਣ 'ਤੇ ਬਸ ਸਾਡਾ ਅੱਗਾ ਮਾਰ ਕੇ, ਸਾਡਾ ਰੋਜ਼ਗਾਰ ਮਾਰ ਕੇ ਕੰਪਨੀ ਫਾਇਦੇ 'ਚ ਆ ਗਈ ਜੀ। ਸਾਡਾ ਅੱਗਾ ਮਾਰ ਕੇ, ਸਾਡੇ 20 ਰੁਪਏ ਮਾਰ ਕੇ ਕੰਪਨੀ ਫਾਇਦੇ 'ਚ ਚਲ ਗਈ। ਅੱਜ ਤੋਂ ਪਹਿਲਾਂ 15 ਸਾਲ ਹੋ ਗਏ ਕੰਪਨੀ ਕਦੀ ਫਾਇਦੇ 'ਚ ਨਹੀਂ ਗਈ, ਗਿਗਸ ਆ ਗਈ, ਹੁਣ ਗਿਗਸ ਆਉਂਦੇ ਉਹ ਕੰਪਨੀ ਫਾਇਦੇ 'ਚ ਚਲ ਗਈ। ਜਦੋਂ ਤੁਹਾਡੀ ਸਨਮਾਨ ਦੀ, ਤੁਹਾਡੇ ਮਾਣ ਦੀ ਹਾਨੀ ਹੁੰਦੀ ਹੈ, ਕਿਤੇ ਕੰਪਨੀ ਤੁਹਾਡੇ ਨਾਲ ਸਟੈਂਡ ਲੈਂਦੀ ਹੈ? ਵਜੇ ਪਥਰੇੜੀ ਜੱਟਾਂ ਦਾ ਆਰਡਰ ਪਿਆ ਜੀ, ਰੋਪੜ ਤੋਂ 8 ਕਿਲੋਮੀਟਰ ਦੂਰ ਹੈ, ਪੂਰਾ ਜੰਗਲ ਵਾਲਾ ਰਸਤਾ, ਉਹ 2-2 ਫੁੱਟ ਦੇ ਖੱਡੇ ਪਏ ਹੋਏ ਆ। ਕੰਪਨੀ ਨੂੰ ਫੋਨ ਕੀਤਾ ਕਿ ਮੈਮ ਅਨਸੇਫ ਏਰੀਆ ਇਹ ਆਰਡਰ ਕੈਂਸਲ ਕਰ ਦਿਓ,
ਯਾ ਨਹੀਂ ਤੁਸੀਂ ਕੈਨਸਲ ਕਰਨਾ ਮੈਂ ਦਿਆਂਦਾ, ਮੈਨੂੰ ਨਾਲ ਇੱਕ ਮੁੰਡਾ ਪ੍ਰੋਵਾਈਡ ਕਰ ਦਿਓ। ਨਾ ਮੁੰਡਾ ਪ੍ਰੋਵਾਈਡ ਕਰਨਾ ਜੀ, ਨਾ ਉਹਨਾਂ ਨੇ ਕੁਝ ਕਰਨਾ, ਨਹੀਂ ਆਰਡਰ ਦੇ ਕੇ ਆਓ, ਨਹੀਂ ਦੇ ਕੇ ਆਉਂਗੇ ਤਾਂ ਪਲੰਟੀ ਪੈਣੀ ਹੈ ਜੀ। ਔਰ ਉੱਥੇ ਜੇ ਕੁਝ ਹੋ ਜਾਂਦਾ, ਕੋਈ ਰਸਤੇ 'ਚ ਲੁੱਟ ਖੋਹ ਹੋ ਗਈ, ਕੁਝ ਹੋ ਗਿਆ, ਉਹਦੀ ਕੰਪਨੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਜੇ ਤੁਹਾਡੀ ਗਰਦਨੇ ਵੱਢ ਲੈ ਜਾਵੇ ਕੋਈ ਫੇਰ? ਉਹਦੀ ਕੋਈ ਜ਼ਿੰਮੇਵਾਰੀ ਨਹੀਂ ਜੀ, ਉਹ ਸਾਡਾ ਆਪਣਾ ਰਿਸਕ ਹੈ ਜੀ। ਸਿੰਗਲ ਕੰਪਨੀ ਇਹੀ ਜੀ ਦੱਸ ਦਿਓ ਜੀ ਜਿਹੜੀ ਕੰਪਨੀ 'ਚ ਇਨਕਮ ਘਟਦੀ ਹੋਵੇ। ਹਰੇਕ ਕੰਪਨੀ 'ਚ ਇਨਕਮ ਵੱਧਦੀ ਹੈ ਜੀ, ਸਿਰਫ ਮੈਂ ਜੋਮੈਟੋ ਇੱਕ ਲੌਤੀ ਕੰਪਨੀ ਦੇਖੀ ਜੀ 'ਚ ਇਨਕਮ ਘਟਦੀ ਜਾ ਰਹੀ ਆ। ਜ਼ਿੰਦਗੀ ਚੰਗੀ ਗੁਜ਼ਰੇ ਇਹਦੇ ਲਈ ਰੋਜ਼ਗਾਰ ਦੀ ਲੋੜ ਹੁੰਦੀ ਹੈ। ਹਰ ਕੋਈ ਰੋਜ਼ਗਾਰ ਚਾਹੁੰਦਾ ਹੈ ਕਿ ਉਸ ਨੂੰ ਉਸ ਰੋਜ਼ਗਾਰ ਦੇ ਵਿੱਚੋਂ ਕੁਝ ਮੁਨਾਫਾ ਹੋਵੇ ਤਾਂ ਕਿ ਉਹ ਆਪਣੀਆਂ ਰੋਜ਼ਮਰਰਾ ਦੀਆਂ ਲੋੜਾਂ ਨੂੰ ਪੂਰੀਆਂ ਕਰ ਸਕੇ। ਹਰ ਬੰਦਾ ਕੋਈ ਨਾ ਕੋਈ ਕੰਮ ਕਰਦਾ ਹੈ, ਪਰ ਸਵਾਲ ਇਹ ਹੈ ਕਿ ਕੋਈ ਉਹ ਕੰਮ ਕਿਉਂ ਕਰੇ ਜਿਸ ਦੇ ਵਿੱਚ ਉਸ ਨੂੰ ਕੋਈ ਨਫਾ ਤਾਂ ਹੋਵੇ ਨਾ, ਪਰ ਵਕਤ ਉਹਦਾ ਸਾਰੇ ਦਿਨ ਦਾ ਜਾਇਆ ਹੋ ਜੇ। ਇਹੋ ਜਿਹੀ ਗੱਲ ਕੁਝ ਸਾਡੇ ਨਾਲ ਪਿੱਛੇ ਕੁਝ ਵਿਅਕਤੀ, ਕੁਝ ਨੌਜਵਾਨ ਖੜੇ ਆ ਜਿਹੜੇ ਕਹਿ ਰਹੇ ਆ ਕਿ ਅਸੀਂ ਇੱਕ ਨਿੱਜੀ ਫੂਡ ਡਿਲੀਵਰੀ ਕੰਪਨੀ ਦੇ ਵਿੱਚ ਕੰਮ ਕਰ ਰਹੇ ਆ, ਪਰ ਸਾਨੂੰ ਇਹ ਕੰਪਨੀ ਹੁਣ ਨਫਾ ਨਹੀਂ ਕਰ ਰਹੀ। ਕਾਫੀ ਸਮੇਂ ਤੋਂ ਜੁੜੇ ਹੋਏ ਆ, ਸਾਨੂੰ ਹੁਣ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਹੜੀ ਗੱਲ ਕਰਕੇ ਇਹ ਕੰਮਕਾਰ ਛੱਡ ਕੇ ਇੱਥੇ ਖੜੇ ਹੋ ਗਏ, ਉਹ ਗੱਲਬਾਤ ਕਰਦੇ ਆ। ਕੀ ਨਾਂ ਜੀ ਤੁਹਾਡਾ ਤੇ ਕੀ ਗੱਲ ਹੋ ਗਈ ਕਿ ਤੁਹਾਨੂੰ ਇੱਥੇ ਤੁਸੀਂ ਕੰਮਕਾਰ ਛੱਡ ਕੇ ਖੜੇ ਹੋ? ਹਾਂਜੀ ਹਾਂਜੀ, ਹਰਮੀਤ ਸਿੰਘ ਨਾਮ ਹੈ ਜੀ ਮੇਰਾ। ਅਸੀਂ ਜ਼ੋਮੈਟੋ 'ਚ 2018 ਤੋਂ ਕੰਮ ਕਰ ਰਹੇ ਹਾਂ, ਜਦ ਦੀ ਜ਼ੋਮੈਟੋ ਇੱਥੇ ਆਈ ਹੈ। ਪਰ ਜਦੋਂ ਪਹਿਲੇ ਜਦ ਦੀ ਗਿਗਸ ਆਈ ਉਸ ਤੋਂ ਪਹਿਲੇ ਰੇਟ ਕਾਰਡ ਸੀ। ਰੇਟ ਕਾਰਡ ਤੇ ਸਾਡੀ ਇਨਕਮ ਵਧੀਆ ਸੀ ਕਿ ਸਾਰੇ ਜਿੰਨੇ ਮਤਲਬ ਕੰਮ ਕਰਦੇ ਬੰਦੇ ਸਭ ਦਾ 6,500 ਤੋਂ 8,000 ਦੇ ਵਿੱਚ ਪੇ ਆਊਟ ਬਣਦਾ ਸੀ ਹਫਤੇ ਦਾ, ਤੇ ਇਨਕਮ ਵਧੀਆ ਹੁੰਦੀ ਸੀ ਸਾਰੇ ਕੁਝ ਤੇ ਹੁਣ ਇਹਨਾਂ ਨੇ ਗਿਗਸ ਲਿਆ ਕੇ ਇਹ ਜਿਹਾ ਸਿਸਟਮ ਕਰਤਾ ਵਾ ਕਿ ਮਰਜ਼ੀ ਨਾਲ ਕੰਪਨੀ ਪੈਸੇ ਦਿੰਦੀ ਹੈ। ਕਿਸੇ ਆਰਡਰ ਤੇ 50 ਰੁਪਏ ਦੇਣ ਦੀ, ਕਿਤੇ 42 ਦੇਣ ਦੀ, 44 ਦੇਣ ਦੀ, 60 ਕੀ ਹੈ ਜੀ ਗਿਗਸ? ਇਹਨਾਂ ਨੇ ਆਪਣਾ ਮੋਡਿਊਲ ਬਣਾਇਆ ਵਾ ਵੀ ਜੋ ਪਹਿਲੇ ਰੇਟ ਕਾਰਡ 'ਚ ਪੈਸੇ ਸੀਗੇ ਉਹ ਸ਼ੋਅ ਹੁੰਦੇ ਤੇ ਸਾਨੂੰ, ਔਰ ਰੇਟ ਕਾਰਡ 'ਚ ਇਨਸੈਂਟਿਵ ਆਉਂਦਾ ਸੀ ਬਾਅਦ 'ਚੋਂ ਵੀ ਇੰਨਾ ਟਾਰਗੇਟ ਕਰੋ ਤੁਹਾਨੂੰ ਇੰਨਾ ਇਨਸੈਂਟਿਵ ਆਊਗਾ। ਪਰ ਹੁਣ ਇਹ ਗਿਗਸ 'ਚ ਇਦਾਂ ਹੈ ਬਸ ਜੋ ਇੱਕ ਵਾਰ ਦਿਖਾਤਾ ਸਕਰੀਨ ਤੇ, ਉਸ ਤੋਂ ਇਲਾਵਾ ਹੋਰ ਕੁਝ ਨਹੀਂ ਦਿੰਦੇ। ਸਾਰੀ ਦਿਹਾੜੀ 14 ਘੰਟੇ ਬੰਦੇ ਕੰਮ ਕਰਦੇ ਆ, ਉਹ ਪੇ ਆਊਟ ਬਣਦਾ 500-600 ਰੁਪਇਆ, ਜਿਸ 'ਚੋਂ 200 ਰੁਪਏ ਦਾ ਤੇਲ ਲੱਗ ਜਾਂਦਾ, ਬਾਕੀ ਦੇਖ ਲਓ ਕਿਆ ਬਚਦਾ। ਔਰ ਜੇ ਸਰਵਿਸ ਜਾਂ ਮੋਟਰਸਾਈਕਲ ਦਾ ਖਰਚਾ ਜਾਂ ਕੁਝ ਹੋਰ ਕੱਢੀਏ ਆਪਣਾ ਖਾਣਾ ਪੀਣਾ ਮਾੜਾ ਮੋਟਾ ਤਾਂ ਕੁਝ ਨਹੀਂ ਬਚਦਾ। ਘਰ ਦਾ ਖਰਚਾ ਚਲਾਉਣਾ ਥੋੜਾ ਮਤਲਬ ਐਦਾਂ ਔਖਾ ਹੋ ਗਿਆ ਵਾ ਕਿ ਹੁਣ ਇਹ ਤਾਂ ਸਾਨੂੰ ਇੱਥੇ ਸਟ੍ਰਾਈਕ ਤੇ ਬੈਠਣਾ ਪਿਆ। ਤੇ ਜਦੋਂ ਅਸੀਂ ਇਹ ਮੰਗਾਂ ਜੀਆਂ ਰੱਖੀਆਂ ਛੋਟੀਆਂ ਗੱਲਾਂ, ਤਾਂ ਉਹਨਾਂ ਲਈ ਕੰਪਨੀ ਮੰਨ ਨਹੀਂ ਰਹੀ ਹੈ। ਇੱਕ ਸਿਰਫ ਅਸੀਂ ਇਹ ਕਿਹਾ ਕਿ ਸਾਨੂੰ ਪਿਕਅਪ ਦੇ ਪੈਸੇ ਦੇਣ, ਜਿਹੜਾ ਕਿ ਸਾਨੂੰ ਆਰਡਰ ਪਿਕ ਕਰਨ ਲਈ ਰੈਸਟੋਰੈਂਟ ਤੇ ਜਾਣਾ ਪੈਂਦਾ ਵੀ ਦੂਰ ਤੋਂ ਪੈਂਦਾ ਹੈ, 4-5 ਕਿਲੋਮੀਟਰ ਤੇ ਦੂਰੀ ਤੇ ਜਾਂ 2 ਕਿਲੋਮੀਟਰ ਦੂਰੀ ਤੇ। ਉਹਦੇ 'ਚ ਸਾਡਾ ਤੇਲ ਤਾਂ ਲੱਗਦਾ ਹੈ, ਪਰ ਇਹ ਕੰਪਨੀ ਕੁਝ ਨਹੀਂ ਦਿੰਦੀ, ਬਸ ਸਿਰਫ ਡ੍ਰੌਪ ਦੇ ਪੈਸੇ ਦਿੰਦੀ ਹੈ। ਜੇ ਰੈਸਟੋਰੈਂਟ ਕੋਈ ਟਾਈਮ ਲਾਉਂਦਾ ਹੈ 25 ਤੋਂ 30 ਮਿੰਟ, 35 ਮਿੰਟ, 40 ਮਿੰਟ, ਤਾਂ ਉਹਦੇ ਵੀ ਵੇਟਿੰਗ ਟਾਈਮ 'ਤੇ ਪੈਸਾ ਨਹੀਂ ਮਿਲਦਾ। ਜਿਹੜਾ ਤੁਸੀਂ ਪਹਿਲਾਂ ਜਦੋਂ ਜਾਂਦੇ ਸੀ ਕਿਤੇ, ਸਪੋਜ਼ ਤੁਹਾਨੂੰ ਤੁਸੀਂ ਕਿਤੇ ਫੂਡ ਡਿਲੀਵਰ ਕਰਨ ਜਾਣਾ ਜਾਂ 20 ਕਿਲੋਮੀਟਰ ਲਈ ਜਾਣਾ, 10 ਲਈ ਜਾਣਾ, 5 ਲਈ ਜਾਣਾ, ਤੁਹਾਨੂੰ ਪਤਾ ਲੱਗਦਾ ਸੀ ਕਿ ਕਿੰਨੇ ਪੈਸੇ ਤੁਹਾਨੂੰ ਮਿਲਣਗੇ ਉਹਦੇ? ਹਾਂ, ਉਹਦੇ 'ਚ ਇਹਨਾਂ ਨੇ ਸ਼ੋਅ ਕਰਿਆ ਹੋਇਆ ਸੀ ਐਪ ਤੇ ਕਿ 4 ਰੁਪਏ 60 ਪੈਸੇ ਦੇ ਹਿਸਾਬ ਨਾਲ ਕਿਲੋਮੀਟਰ ਦੇ ਹਿਸਾਬ ਨਾਲ। ਹਾਂਜੀ, ਉਹ ਦਿੰਦੇ ਸੀ। ਇਹਨਾਂ ਨੇ ਪਹਿਲੇ ਰੱਖਿਆ ਹੋਇਆ ਸੀ ਕਿ 5 ਕਿਲੋਮੀਟਰ ਤੇ ਥੱਲੇ ਆਰਡਰ ਪੈਂਦਾ ਹੈ ਤਾਂ 20 ਰੁਪਏ ਮਿਲਦੇ ਸੀ, ਜੇ 5 ਪਲੱਸ ਹੁੰਦਾ ਹੈ ਤਾਂ ਉਹ 'ਚ 4 ਰੁਪਏ 60 ਪੈਸੇ ਪਲੱਸ ਹੁੰਦੇ ਸੀ। ਹੁਣ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਕਿ ਕਿੰਨੇ ਮਿਲਣੇ ਆ? ਹੁਣ ਇਹਨਾਂ ਨੇ ਕੁਝ ਨਹੀਂ ਕਰਿਆ ਵਾ। ਜੇ ਇਹਨਾਂ ਨੇ 60 ਦਿਖਾਤੇ ਤਾਂ 55 ਦੇ ਸਕਦੇ ਆ, 62 ਨਹੀਂ ਦੇ ਸਕਦੇ। ਇਹ ਹੋ ਸਕਦਾ ਹੈ। ਭੇਜ ਤੁਹਾਨੂੰ ਕਿੰਨੇ ਕਿਲੋਮੀਟਰ ਤੱਕ ਸਕਦੇ ਆ? ਇਹ 10 ਕਿਲੋਮੀਟਰ ਤੱਕ ਸਾਨੂੰ 60-65 ਰੁਪਏ ਹੀ ਦਿੰਦੇ ਆ। ਜੇ ਆ ਜਾ ਕੇ ਇਹਨਾਂ ਦੇ ਅਕੋਰਡਿੰਗ ਹੀ 10 ਕਿਲੋਮੀਟਰ ਦਾ 100 ਤੇ ਉੱਤੇ ਹੋਣਾ ਚਾਹੀਦਾ। ਇਹਨਾਂ ਨੇ 60-65 ਤੱਕ ਰੱਖਿਆ ਵਾ, ਕਿਸੇ ਨੂੰ 70 ਵੀ ਦੇ ਦਿੰਦੇ ਆ ਕਈ ਵਾਰ ਇਹ। ਪਰ ਇਹਨਾਂ ਦਾ ਕੋਈ ਉਹ ਨਹੀਂ ਹੈ, ਕੋਈ ਪੱਕਾ ਨਹੀਂ ਹੈ ਵੀ ਸਾਨੂੰ ਸ਼ੋਅ ਕਰ ਦੇਵੇ। ਕੋਈ ਬੰਦਾ ਸੈਲਰੀ ਤੇ ਲੱਗਦਾ ਹੈ, ਦੱਸੀ ਜਾਂਦੀ ਨਾ ਵੀ 10,000 15,000 20,000 5,000, ਇਹਨਾਂ ਦਾ ਵੱਲੋਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਜੀ ਹੁਣ ਵੀ ਹਾਂ ਇੰਨੇ ਤੁਹਾਨੂੰ ਪੈਸੇ ਮਿਲੂਗੇ। ਇਹ ਇਹੀ ਕਹੀ ਜਾਂਦੇ ਕਿ ਤੁਹਾਡਾ ਪੇ ਆਊਟ ਬਸ 4,000 ਤੇ ਪਲੱਸ ਬਣੂਗਾ। ਉਹ 4,000 ਪਲੱਸ ਦੇ ਵਿੱਚੋਂ ਇਹ ਨਹੀਂ ਦੇਖਦੇ ਕਿ ਤੇਲ ਦਾ ਖਰਚਾ ਵੀ ਕੱਢਣਾ ਹੈ ਜਾਂ ਕੋਈ ਆਪਣਾ ਗੱਡੀ ਦਾ ਵੀ ਖਰਚਾ ਕੱਢਣਾ ਹੈ ਜਾਂ ਫਿਰ ਆਪਣਾ ਮਾੜਾ ਮੋਟਾ ਖਾਣਾ ਪੀਣਾ ਉਹ ਵੀ ਕੱਢਣਾ। ਸਿਰਫ 4,000 ਦੇਖੀ ਜਾਂਦੇ ਕਿ ਪੇ ਆਊਟ 4,000 ਬਣ ਗਿਆ ਜੀ ਤੁਹਾਡਾ। ਹੁਣ ਜਦੋਂ ਤੁਸੀਂ ਪਹਿਲਾਂ ਨਾਲ ਜੁੜੇ ਸੀ ਇਸ ਕੰਪਨੀ ਦੇ, ਤਾਂ ਉਦੋਂ ਜਦੋਂ ਮਹੀਨੇ ਤੋਂ ਬਾਅਦ ਆਮਦਨ ਤੁਹਾਡੇ ਕੋਲ ਆਉਂਦੀ ਸੀ, ਜੇ ਤੁਸੀਂ ਕਹਿੰਦੇ ਹੋ ਵੀਕਲੀ ਤੁਹਾਡੇ ਕੋਲ ਆਮਦਨ ਆਉਂਦੀ, ਕੁਝ ਲੱਗਦਾ ਸੀ ਹਾਂ ਵੀ ਕੰਮ ਕੀਤਾ ਹੈ ਤੇ ਕੁਝ ਖਰਚੇ ਨਿਕਲ ਰਹੇ ਆ? ਹੁਣ ਕੀ ਫਰਕ ਲੱਗ ਰਿਹਾ ਉਹਦੇ ਨਾਲੋਂ? ਹੁਣ ਪਹਿਲੇ ਜਦੋਂ ਕੰਮ ਕਰਦੇ ਸੀ ਕੁਝ ਬਚਦਾ ਸੀ, ਬਚਦਾ ਵੀ ਨਜ਼ਰ ਆਉਂਦਾ ਸੀ, ਤੇਲ ਘੱਟ ਲੱਗਦਾ ਸੀ ਕਿਉਂਕਿ ਉਹਦੇ 'ਚ ਸਾਨੂੰ ਪਿਕਅਪ ਔਰ ਵੇਟਿੰਗ ਟਾਈਮ ਮਿਲਦਾ ਸੀ। ਜੇ ਸਾਨੂੰ ਪਿਕਅਪ ਦੂਰ ਤੋਂ ਪੈ ਗਿਆ ਆਰਡਰ ਤਾਂ ਵੀ ਮਿਲਦਾ ਸੀ ਉਹਦੇ ਪੈਸੇ ਵੀ, ਔਰ ਜਿਹੜਾ ਸਾਡਾ ਵੇਟਿੰਗ ਟਾਈਮ ਹੁੰਦਾ ਤਾਂ ਰੈਸਟੋਰੈਂਟ ਦੇ ਟਾਈਮ ਲੱਗ ਜਾਂਦਾ ਤਾਂ ਅਸੀਂ ਤਾਂ ਰੈਸਟੋਰੈਂਟ ਤੇ ਥੋੜੀ ਕਹਿ ਸਕਦੇ ਹਾਂ ਕਿ ਜਲਦੀ ਦੇ ਆਰਡਰ। ਉਹ ਤਾਂ ਜਦੋਂ ਬਣਾਊਗਾ ਉਦੋਂ ਹੀ ਦਊਂਗਾ ਨਾ। ਉਹਦੇ ਕੋਲ ਜੇ 10 ਆਰਡਰ ਇਕੱਠੇ ਆਏ ਵੇ ਉਹ ਤਾਂ ਕਿੱਦਾਂ ਬਣਾ ਦੂਗਾ ਸਾਰੇ ਇਕੱਠੇ? ਉਹ ਵਾਰੀ ਉਹ ਬਣੂਗਾ ਨਾ, ਫਿਰ ਉਹ ਉਸ ਹਿਸਾਬ ਨਾਲ ਲੇਟ ਹੁੰਦਾ ਆਰਡਰ। ਪਹਿਲੇ ਸਾਨੂੰ ਕੰਪਨੀ ਪੈਸੇ ਦਿੰਦੀ ਸੀ, ਹੁਣ ਕੁਝ ਨਹੀਂ ਦੇ ਰਹੀ ਇਹ ਜਿਹਾ, ਤੇ ਇਸ ਲਈ ਸਾਨੂੰ ਫਰਕ ਪੈ ਰਿਹਾ। ਸਾਡਾ ਤੇਲ ਤਾਂ 100 ਰੁਪਏ ਲੀਟਰ ਹੈ, ਤੇਲ ਤਾਂ ਘਟਿਆ ਨਹੀਂ।
ਤੇਲ ਤਾਂ ਵਧੂਗਾ ਘਟੂਗਾ ਤਾਂ ਨਹੀਂ। ਔਰ ਇਨਕਮ ਤੇ ਤਾਂ ਫਰਕ ਪੈ ਰਿਹਾ ਸਾਨੂੰ, ਇਹ ਦੋ ਚੀਜ਼ਾਂ ਦੇ ਪੈਸੇ ਨਹੀਂ ਦਿੰਦੀ ਵੀ ਕੰਪਨੀ, ਔਰ ਇੱਕ ਰੇਟ ਸਾਨੂੰ ਸਹੀ ਦੱਸ ਹੀ ਨਹੀਂ ਰਹੀ। IIT ਨੂੰ ਇਹੀ 4.5 ਕਿਲੋਮੀਟਰ ਤੇ ਲੈ ਕੇ 7 ਕਿਲੋਮੀਟਰ ਦੇ ਵਿੱਚ ਰੱਖਿਆ ਵਾ, ਹਾਲਾਂਕਿ IIT ਇੱਥੋਂ ਪ੍ਰੋਪਰਲੀ 7, 8, 9 ਦੇ ਵਿੱਚ ਹੈ ਜੇ ਅਸੀਂ ਸਾਰਾ ਏਰੀਆ ਨੂੰ ਘੁੰਮੀ ਅੰਦਰ, ਤਾਂ ਇਹਨਾਂ ਦੇ ਅਕੋਰਡਿੰਗ ਉਹ 7 ਤੇ ਥੱਲੇ ਹੀ ਹੈ। ਇਹਨਾਂ ਦੇ ਅਕੋਰਡਿੰਗ 4, 4.5 ਵੀ ਹੈ। ਜਿਹੜੇ ਫਲੈਟ ਹੈ ਉਹ 8-9 ਕਿਲੋਮੀਟਰ ਪੈਂਦੇ ਆ, ਸਮਕਾ ਦੂਰ ਪੈਂਦੇ ਆ, ਉਹਨਾਂ ਨੂੰ ਇਹ 4.5 ਪੌਣੇ 5 ਹੀ ਦੱਸਦੀ ਹੈ, ਉਸਦੇ ਉਹ 50 ਰੁਪਏ ਵੀ ਨਹੀਂ ਦਿੰਦੇ। ਔਰ ਜਿਹਦਾ ਹਾਲਾਂਕਿ ਉਸ IIT ਦਾ ਆਰਡਰ ਤੇ ਘੱਟੋ ਘੱਟ ਸਾਨੂੰ 70 ਤੋਂ 80 ਦੇ ਵਿੱਚ ਮਿਲਣੇ ਚਾਹੀਦੇ, ਤਾਂ ਜੋ ਸਾਡਾ ਤੇਲ ਦਾ ਖਰਚਾ ਤਾਂ ਨਿਕਲ ਜਾਵੇ ਔਰ ਸਾਡੀ ਥੋੜੀ ਜਿਹੀ ਕਮਾਈ ਵੀ ਹੋ ਜਾਵੇ। ਹਾਂਜੀ, ਬਹੁਤ ਮੰਦੀ ਹਾਲਤ ਹੋ ਗਈ ਬਾਈ। ਹਾਂਜੀ ਬਿਲਕੁਲ ਬਹੁਤ ਮੰਦੀ ਹਾਲਤ ਕਰਤੀ ਸਾਡੀ ਕੰਪਨੀ ਨੇ। ਪਹਿਲਾਂ ਸਾਡਾ ਵਧੀਆ ਤਰੀਕੇ ਨਾਲ ਚੱਲਦਾ ਹੁੰਦਾ ਸੀਗਾ ਕੰਮ, ਸਾਨੂੰ ਪਤਾ ਲੱਗਦਾ ਸੀਗਾ ਵੀ ਹਾਂ ਸਾਡੇ ਪੈਸੇ ਚਾਰ ਘਰ ਜੁੜ ਵੀ ਰਹੇ ਆ, ਤੇ ਹੁਣ ਤਾਂ ਬਿਲਕੁਲ ਵੀ ਹਨ ਕਿਸੇ ਵੀ ਚੀਜ਼ ਤੋਂ ਵੀ ਗਏ ਅਸੀਂ। ਹੁਣ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ, ਬਿਲਕੁਲ ਨਹੀਂ ਮੁੱਲ ਪੈ ਰਿਹਾ ਜੀ, ਮੁੱਲ ਸਮਕਾ ਅੱਧਾ ਰਹਿ ਗਿਆ। ਹੁਣ ਕਿੱਥੇ ਸਾਡੇ 6000 7000 8000 ਬਣਦੇ ਸੀਗੇ, ਹੁਣ ਕਿੱਥੇ ਸਾਡੇ ਸਾਰੇ 4000 4200 ਦੇ ਕੰਮ ਰਹਿ ਗਿਆ। ਸਾਡੇ ਤਾਂ ਹੁਣ ਘਰ ਦੇ ਵੀ ਖਰਚੇ ਰੁਲ ਗਏ ਜੀ ਸਾਰੇ, ਕੁਝ ਨਹੀਂ ਬਣਦਾ ਹੁਣ। ਕੀ ਮੰਗ ਕੀ ਕਰਦੇ ਹੋ ਤੁਸੀਂ ਜੇ ਦੇਖਿਆ ਜਾਵੇ ਕਿ ਕਿੰਨਾ ਹੋਣਾ ਚਾਹੀਦਾ ਹੈ? ਕਿਉਂਕਿ ਕੰਪਨੀ ਦੀ ਪਾਲਿਸੀ ਹੈ, ਕੰਪਨੀ ਨੇ ਵੀ ਆਪਣੀ ਬੱਚਤ ਦੇਖਣੀ ਹੈ, ਰੈਸਟੋਰੈਂਟ ਦਾ ਵੀ ਵਿੱਚ ਫਾਇਦਾ ਦੇਖਣਾ, ਤੁਹਾਡਾ ਵੀ ਦੇਖਣਾ। ਕੀ ਲੱਗਦਾ ਤੁਹਾਨੂੰ ਵੀ ਤੁਹਾਨੂੰ ਬਿਲਕੁਲ ਦੱਬਿਆ ਜਾ ਰਿਹਾ, ਬਾਕੀਆਂ ਨੂੰ ਫਾਇਦਾ ਹੋ ਰਿਹਾ ਹੈ? ਹੋ ਕੀ ਰਿਹਾ ਹੈ ਅਸਲ 'ਚ? ਸਰ ਇਸ ਟਾਈਮ ਕੰਪਨੀ ਜਿਹੜੀ ਹੈ ਪੂਰਾ ਸ਼ੋਸ਼ਣ ਕਰ ਰਹੀ ਹੈ, ਔਰ ਸਾਨੂੰ 20 ਰੁਪਏ ਜਿਹੜਾ ਲੋਕਲ ਆਰਡਰ ਦਿੰਦੇ ਆ, ਔਰ ਬਾਹਰ ਦਾ ਜਿਹੜਾ ਹੈ ਉਹਨਾਂ ਲੱਗੀ ਫਬੀ ਲਾਉਂਦੇ ਸਾਡੇ ਨਾਲ, ਕਦੀ ਤੇ 40 ਰੁਪਏ ਦੇ ਦਿੰਦੇ, ਕਦੀ 45 50, ਇਸ ਤੋਂ ਉੱਪਰ ਪੈਸੇ ਨਹੀਂ ਦਿੰਦੀ। ਔਰ ਉਹ ਇਹ ਕਹਿੰਦੇ ਕਿ ਵੀ ਤੁਸੀਂ ਆਪਣੀ ਪਰਫਾਰਮੈਂਸ ਨੂੰ ਠੀਕ ਕਰੋ। ਵੀ ਇੱਕ EMPLOYEE 14 ਘੰਟੇ ਕੰਮ ਕਰਕੇ ਔਰ 450 500 ਰੁਪਏ ਲੈ ਕੇ ਜਾ ਰਿਹਾ, ਵਿੱਚ ਤੇਲ ਖਰਚਾ ਵੀ ਵਿੱਚ ਹੀ ਹੈ, ਸਭ ਕੁਝ ਵਿੱਚ ਹੀ ਹੈ। ਕੀ ਪਰਫਾਰਮੈਂਸ ਵਿੱਚ ਕੀ ਆਉਂਦਾ ਤੁਹਾਡੀ 'ਚ ਵੀ ਭਜਾ ਕੇ ਪਹੁੰਚੋ, ਛੇਤੀ ਪਹੁੰਚੋ, ਲੱਤਾਂ ਤੜਾ ਲਓ? ਨਹੀਂ ਸਰ, ਉਹ ਨਹੀਂ ਹੈਗਾ ਕਿ ਵੀ ਨਹੀਂ, ਉਹ ਆਪਾਂ ਕੰਪਨੀ ਨੂੰ ਪੁੱਛਿਆ ਵੀ ਆਪਾਂ ਆਪਣੀ ਪਰਫਾਰਮੈਂਸ ਕਿੱਦਾਂ ਬੈਟਰ ਕਰੀਏ। ਆਪਾਂ ਅੱਜ ਕੰਪਨੀ ਸਾਡੇ TL ਸਰ ਆਏ ਦੇ, ਹਜੇ ਵੀ ਇੱਥੇ ਹੀ ਹੈਗੇ ਆ, ਤੇ ਉਹਨਾਂ ਨੇ ਮੈਂ ਪੁੱਛਿਆ ਸੀ ਕਿ ਵੀ ਤੁਸੀਂ ਮੈਨੂੰ ਦੱਸੋ ਕਿ ਮੈਂ ਆਪਣੀ ਪਰਫਾਰਮੈਂਸ ਨੂੰ ਠੀਕ ਕਰਨ ਵਾਸਤੇ ਇੱਕ ਦਿਨ ਦੇ ਅੰਦਰ ਕਿੰਨੇ ਘੰਟੇ ਕੰਮ ਕਰਾਂ ਔਰ ਕਿੰਨੇ ਆਰਡਰ ਲਗਾਵਾਂ, ਤਾਂ ਕਿ ਮੇਰੇ ਕੋਲ ਜਿਹੜੇ ਜਸਟੀਫਾਈ ਮੇਰੇ ਕੋਲ ਪੈਸੇ ਆਣ। ਮੇਰੇ ਕੋਲ ਇੱਕ ਦਿਨ 'ਚ ਕਿੰਨੇ ਘੰਟੇ ਕੰਮ ਕਰਾਂ, ਮਤਲਬ ਹਾਂਜੀ ਕਿੰਨਾ ਕਰਦੇ ਹੋ ਤੁਸੀਂ ਵੈਸੇ? ਸਰ ਮੈਂ ਜਿਹੜਾ ਕਿ ਆਪਣਾ 11 ਤੋਂ 12 ਘੰਟੇ ਮੈਂ ਜਿਹੜਾ ਡੇਲੀ ਕੰਮ ਕਰਦਾ ਜੀ। 11 ਤੋਂ 12 ਘੰਟੇ ਕੰਮ ਕਰਦੇ? ਹਾਂਜੀ। ਤੇ ਉਹ ਕੰਪਨੀ ਆਪਣੇ ਹਿਸਾਬ ਨਾਲ ਆਰਡਰ ਲਵਾਉਂਦੀ ਹੈ, ਕਦੀ 12 ਕਦੀ 15 ਕਦੀ 18 ਇਦਾਂ ਆਰਡਰ ਲਵਾਉਂਦੀ ਹੈ। ਉਹ 'ਚ ਸਾਨੂੰ 400 450 ਰੁਪਏ ਦਿੰਦੀ ਸਾਰੇ ਆ ਚੀਜ਼ ਪ੍ਰਤੀ ਆਰਡਰ? ਨਹੀਂ ਸਰ, ਸਾਰੀ ਦਿਹਾੜੀ ਦਾ? ਹਾਂ, ਸਾਰੀ ਦਿਹਾੜੀ ਦਾ। ਉਹਦੇ ਸਾਡਾ ਤੇਲ ਜਿਹੜਾ ਬਾਈਕ ਵੀ ਹੈ, ਬਾਈਕ ਦਾ ਤੇਲ ਜੋ ਹੈ ਖਰਚਾ ਵਰਚਾ ਸਾਰਾ ਕੁਝ ਹੈਗਾ। ਜੇ ਹੋਰ ਆਪਾਂ ਕੰਮਾਂ ਕਾਰਾਂ ਦੇ ਅਕੋਰਡਿੰਗ ਦੇਖੀਏ, ਉਹਨਾਂ ਤੋਂ ਵੀ ਆਮ ਤੌਰ ਤੇ ਜਿਹੜੇ ਕੰਮਕਾਰ ਮਿਲਦੇ ਆ, ਹੁਣ ਜਿੱਦਾਂ ਦਾ ਰੁਜ਼ਗਾਰ ਕਰ ਰਹੇ ਆ ਤੁਹਾਡੇ ਆਸ-ਪਾਸ ਦੇ ਹੋਰ ਲੋਕ, ਐਵਰੇਜ ਇਨਕਮ ਤੋਂ ਵੀ ਘੱਟ ਇਨਕਮ ਆ ਇਸ ਟਾਈਮ? ਹਾਂਜੀ ਸਰ, ਇਸ ਟਾਈਮ ਇਨਕਮ ਘੱਟ ਆ। ਮੈਨੂੰ ਤਾਂ ਇੱਕ ਚੀਜ਼ ਇਹ ਨਹੀਂ ਸਮਝ ਆਈ ਕਿ ਲਾਅ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਪਹਿਲਾਂ ਅਸੀਂ ਜਦੋਂ ਕਿਤੇ ਵੀ ਜੌਬ ਕਰਨ ਲੱਗਦੇ ਆ, ਅਸੀਂ ਟਰਮ ਐਂਡ ਕੰਡੀਸ਼ਨ ਪੜ੍ਹੀਆਂ, ਸਾਨੂੰ 12 ਖਾਧਾ ਅਸੀਂ ਤਾਂ ਜੌਬ ਕਰਨ ਲੱਗੇ। ਉਸ ਤੋਂ ਬਾਅਦ ਇਹਨਾਂ ਨੇ 6 ਮਹੀਨੇ ਹੋਏ ਆ, ਸਾਨੂੰ ਪੁੱਛਿਆ ਨਹੀਂ, ਸਾਡਾ ਕੁਝ ਨਹੀਂ, ਇਹਨਾਂ ਨੇ ਆਪਣੇ ਆਪ ਸਾਰੀਆਂ ਟਰਮ ਐਂਡ ਕੰਡੀਸ਼ਨ ਚੇਂਜ ਕਰਤੀਆਂ, ਉਹ ਰੇਟ ਕਾਰਡ ਬੰਦ ਕਰਕੇ ਗਿਗਸ ਲਾਗੂ ਕਰਤੀ। ਸਾਨੂੰ ਨਹੀਂ ਪੁੱਛਿਆ ਕੁਝ ਵੀ, ਕਿਉਂਕਿ ਜਦ ਇੱਕ ਵਾਰ ਅਸੀਂ ਜੌਬ ਲੱਗੇ, ਅਸੀਂ ਟਰਮ ਐਂਡ ਕੰਡੀਸ਼ਨਾਂ ਪੜ੍ਹੀਆਂ ਹੋਈਆਂ, ਤੁਸੀਂ ਵੀ ਇਦਾਂ ਵਿੱਚ ਵਿਚਾਲੇ ਕਿੱਦਾਂ ਟਰਮ ਐਂਡ ਕੰਡੀਸ਼ਨ ਚੇਂਜ ਕਰ ਸਕਦੇ ਹੋ? ਤੁਹਾਨੂੰ ਜਾਣੂ ਨਹੀਂ ਕਰਵਾਇਆ ਜਾਂਦਾ ਇਸ ਚੀਜ਼ ਨੂੰ? ਸਾਨੂੰ ਕੁਝ ਨਹੀਂ ਜਾਣੂ ਕਰਾਇਆ, ਇਹਨਾਂ ਨੇ ਆਪਣੇ ਆਪ ਟਰਮ ਐਂਡ ਕੰਡੀਸ਼ਨਾਂ ਚੇਂਜ ਕਰਤੀਆਂ ਸਾਰੀਆਂ। ਉਸ ਤੋਂ ਬਾਅਦ ਉੱਪਰ ਤੋਂ ਸਾਨੂੰ ਧਮਕੀ ਦਿੰਦੇ, ਜੇ ਕੋਈ ਸਟ੍ਰਾਈਕ ਕਰਦਾ ਤਾਂ ਅਸੀਂ ਉਹਦੀ ID ਬੰਦ ਕਰ ਦਾਂਗੇ, ਸਾਡੇ ਪਾਸ ਹੋਰ ਮੁੰਡੇ ਬਹੁਤ ਆ, ਜੇ ਕੰਮ ਕਰਨਾ ਕਰੋ, ਨਹੀਂ ਕਰਨਾ ਨਾ ਕਰੋ। ਤੇ ਪਹਿਲਾਂ ਇਹਨਾਂ ਨੇ ਸ਼ੋਅ ਕੀਤਾ ਸੀ ਕਿ 4 ਰੁਪਏ 60 ਪੈਸੇ ਪਰ ਕਿਲੋਮੀਟਰ ਤੁਹਾਨੂੰ ਮਿਲਣਗੇ। ਹੁਣ ਇਹਨਾਂ ਨੇ ਕੀ ਕੀਤਾ ਜੀ, ਇਹਦੇ ਵਿੱਚ ਨਾ ਤਾਂ ਕੋਈ ਕਿਲੋਮੀਟਰ ਹੈ, ਕਿੰਨੇ ਰੁਪਏ ਕਿਲੋਮੀਟਰ ਮਿਲਣਾ, ਮਤਲਬ 5 ਕਿਲੋਮੀਟਰ ਆਰਡਰ ਦੇਣ ਗਏ, ਦਿਲ ਕੀਤਾ ਤਾਂ ਇਹਨਾਂ ਨੇ 6 ਰੁਪਏ ਕਿਲੋਮੀਟਰ ਵੀ ਦੇਣਾ, ਦਿਲ ਕੀਤਾ 2 ਰੁਪਏ ਕਿਲੋਮੀਟਰ ਵੀ ਦੇ ਦੇਣਾ ਜੀ। ਕੋਈ ਉਹ ਨਹੀਂ ਹੈ। ਹੁਣ ਅਸੀਂ ਕਿਸੇ ਨੂੰ ਵੀ ਕੰਮ ਕਰਨ ਲਈ ਬੁਲਾਈਏ, ਉਹਨੂੰ ਬੰਦੇ ਨੂੰ ਦਿਹਾੜੀ ਤੇ ਵੀ ਬੁਲਾਉਂਦੇ, ਆਪਾਂ ਬੁਲਾਉਂਦੇ ਭਾਈ ਤੈਨੂੰ 500 ਦਿਹਾੜੀ ਦੇਵਾਂਗੇ ਤਾਂ ਆਹ ਕੰਮ ਕਰਨਾ, ਤਾਂ ਹੀ ਬੁਲਾਉਂਦੇ ਕਿ ਆਪਾਂ ਇੱਦਾਂ ਬੁਲਾ ਲਾਂਗੇ ਜੀ ਭਾਈ ਆ ਜਾ ਕੰਮ ਕਰਦੇ, ਸ਼ਾਮ ਨੂੰ ਦੇਖਾਂਗੇ ਜੇਬ ਜਿੰਨਾ ਕੁ ਲਾਊ ਕਰੇਗੀ ਤੁਹਾਨੂੰ ਦੇ ਦਾਂਗੇ। ਇਹ ਕੀ ਗੱਲ ਬਣਦੀ ਹੈ ਜੀ? ਸਾਨੂੰ ਮੈਂਸ਼ਨ ਤਾਂ ਕਰੇ ਭਾਈ ਤੁਹਾਨੂੰ ਇੰਨੇ ਰੁਪਏ, ਚਾਹੇ 2 ਰੁਪਏ ਕਿਲੋਮੀਟਰ ਦੇਵੇ, ਦੱਸੇ ਤਾਂ ਸਹੀ, ਮੈਂਸ਼ਨ ਤਾਂ ਕਰੇ, ਕਿਤੇ ਲਿਖ ਕੇ ਦੇਵੇ ਤੁਹਾਨੂੰ ਇੰਨੇ ਰੁਪਏ ਕਿਲੋਮੀਟਰ ਦੇਣਾ, ਪੁੱਗਦਾ ਕਰੋ, ਨਹੀਂ ਪੁੱਗਦਾ ਨਾ ਕਰੋ। ਤੇ ਸ਼ੋ ਹੀ ਨਹੀਂ ਕਰ ਰਹੇ ਕਿਤੇ ਵੀ ਅਸੀਂ ਕਿੰਨੇ ਰੁਪਏ ਕਿਲੋਮੀਟਰ ਦੇਣਾ, ਕਿਆ ਕਰਨਾ ਕਿਆ ਨਹੀਂ ਕਰਨਾ। ਆਪਣੀ ਮਰਜ਼ੀ ਨਾਲ ਟਰਮ ਐਂਡ ਕੰਡੀਸ਼ਨਾਂ ਚੇਂਜ ਕਰਦੇ ਆ, ਮਤਲਬ ਪੂਰਾ ਧੱਕਾ ਚੱਲ ਰਿਹਾ। ਜਿੱਦਾਂ ਉਹ ਕਹਿੰਦੇ ਆ ਵੀ ਸਾਡੇ ਕੋਲ ਹੋਰ ਮੁੰਡੇ ਬਹੁਤ ਹੈਗੇ ਆ ਬਾਈ, ਅਸੀਂ ਰੱਖ ਲਾਂਗੇ, ਤੁਸੀਂ ਆਪਣਾ ਜਾਓ ਘਰੇ ਆਰਾਮ ਕਰੋ, ਫਿਰ ਤੁਸੀਂ ਕਿਉਂ ਜਦੋਂ ਵੀ ਕਰਨਾ ਹੀ ਕਰਨਾ ਇਹ? ਭਾਜੀ ਤੁਹਾਨੂੰ ਵੀ ਪਤਾ ਆਪਣੇ ਇੰਡੀਆ 'ਚ, ਆਪਣੇ ਪੰਜਾਬ 'ਚ ਕੀ ਹਾਲ ਆ ਬੇਰੁਜ਼ਗਾਰੀ ਦਾ ਜੀ। ਹੁਣ ਮੈਂ BBA ਕੀਤੀ ਹੋਈ ਹੈ ਜੀ, ਪੜ੍ਹ ਲਿਖ ਕੇ ਜੀ ਇੱਥੇ ਅੱਧੇ ਬੰਦੇ ਆ ਜੀ, ਕਿਸੇ ਨੇ MA ਕੀਤੀ, ਕਿਸੇ ਨੇ BA ਕੀਤੀ, ਇੱਥੇ ਅਨਪੜ੍ਹ BBA ਕੀਤੀ ਹੈ ਤੁਸੀਂ? ਹਾਂਜੀ। ਜੋਬਾਂ ਜੇ ਮਿਲਦੀਆਂ ਹੀ ਨਹੀਂ ਹੈ, ਕਿੱਥੇ ਜਾਈਏ ਜੀ? ਘਰ ਤਾਂ ਚਲਾਉਣਾ ਹੀ ਹੈ ਜੀ ਅਸੀਂ ਆਪਣਾ। ਤੁਹਾਨੂੰ ਵੀ ਪਤਾ ਆਪਣੇ ਉਰੇ ਕਿੰਨੀਆਂ ਜੋਬਾਂ ਮਿਲਦੀਆਂ, ਮੈਂ ਇਕੱਲਾ ਨਹੀਂ ਹਾਂ, ਹੋਰ ਬਥੇਰੇ ਹੋਣੇ ਜਿਹੜੇ ਉਰੇ ਡਿਗਰੀਆਂ ਕਰੀ ਖੜੇ ਹੋਏ ਆ ਜੀ, ਨਹੀਂ ਜੋਬ ਮਿਲਦੀ ਜੀ, ਕਿੱਥੇ ਜਾਈਏ? ਕੁਛ ਤਾਂ ਕਰਨਾ ਹੀ ਹੈ, ਵਿਹਲੇ ਤਾਂ ਰਹਿਣਾ ਨਹੀਂ। ਹੁਣ ਤੁਸੀਂ ਅਪਰੋਚ ਨਹੀਂ ਕੀਤਾ ਸਰਕਾਰਾਂ ਤੱਕ? ਸਰਕਾਰਾਂ ਕਹਿੰਦੀਆਂ ਕਿ ਅਸੀਂ ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਸਾਹਿਬ ਜਾ ਕੇ ਕਹਿੰਦੇ 31000 ਅਸੀਂ ਸਰਕਾਰੀ ਨੌਕਰੀ ਦਿੱਤੀ ਆ, ਤੁਸੀਂ ਕਹਿ ਰਹੇ ਵੀ ਸਾਨੂੰ ਪ੍ਰਾਈਵੇਟ ਵੀ ਨਹੀਂ ਮਿਲ ਰਹੀ।
ਭਾਜੀ ਸਰਕਾਰਾਂ ਇੱਕ ਵਾਰ ਆ ਵਿੱਚ ਇਹਨਾਂ ਨੇ ਪਹਿਲਾਂ ਚਲਾਇਆ ਸੀਗਾ ਜਾਂ ਜੌਬ ਦਵਾਂਗੇ ਅਸੀਂ, ਫੋਨ ਆਇਆ ਮੈਨੂੰ ਇੱਕ ਵਾਰ, ਹਾਂਜੀ ਤੁਸੀਂ ਜੌਬ ਲਈ ਗਵਰਨਮੈਂਟ ਕੋਲ ਅਪਲਾਈ ਕੀਤਾ ਸੀਗਾ ਬਈ ਆ ਜਾਓ। ਮੈਂ ਕਿੱਥੇ ਆਣਾ ਜੀ? ਕਹਿੰਦਾ ਸੀਐਮ ਆਟੋ ਆ ਜਾਓ, 6000 ਦੀ ਨੌਕਰੀ ਆ। ਮੈਂ ਕਿਹਾ ਉਹ ਤਾਂ ਮੈਂ ਆਪੇ ਲੈ ਲੈਣੀ, ਫਿਰ ਮੈਂ ਤੁਹਾਤੋਂ ਕੀ ਕਰਾਉਣਾ ਉਹਦੇ ਵਾਸਤੇ? ਆਹ ਸਰਕਾਰਾਂ ਦਿੰਦੀਆਂ ਜੀ। ਜਿਹੜਾ ਪਿੱਛੇ ਜੇ ਇਹਨਾਂ ਨੇ ਕੱਢਿਆ ਨਹੀਂ ਸੀ ਬਈ ਅਸੀਂ ਨੌਕਰੀਆਂ ਦਵਾਵਾਂਗੇ, ਫਾਰਮ ਵੀ ਭਰੇ ਸੀਗੇ, ਉਹ ਆਪਾਂ ਵੀ ਭਰਿਆ ਸੀ, ਮੈਂ ਫੋਨ ਵੀ ਆਇਆ ਸੀ ਮੈਨੂੰ 2-3 ਵਾਰ, ਪਰ ਜੌਬ ਇਹ ਆਹੀ ਦੱਸ, ਕਦੇ ਸੀਐਮ ਆਟੋ, ਕਦੀ ਮਹਿੰਦਰਾ ਦੇ ਆ ਜਾਊਗਾ, ਇੱਥੇ ਆ ਜਾਓ, ਸੈਲਰੀ ਜੀ 8000 9000। ਫਿਰ ਇੰਨੀ ਕੁ ਤਾਂ ਸਾਨੂੰ ਆਪੇ ਬਾਹਰ ਲੱਭ ਕੇ ਲੈਣੀ ਅਸੀਂ, ਮਿਲੇ ਜਾਣੀ। ਹੁਣ ਇੱਥੇ ਕੰਮ ਅਸੀਂ ਕਰ ਰਹੇ ਸੀਗੇ, ਸਾਨੂੰ ਵਧੀਆ ਪੈਸੇ ਬਣਦੇ ਸੀਗੇ, ਬਹੁਤ ਵਧੀਆ ਗੁਜ਼ਾਰਾ ਚੱਲਦਾ ਸੀਗਾ ਜੀ। ਠੀਕ ਹੈ, ਕਰਦੇ ਰਹੇ। ਆ 6 ਮਹੀਨੇ ਤੋਂ ਤੁਸੀਂ ਸਾਨੂੰ ਦੱਸੋ ਤਾਂ ਸਹੀ, ਤੁਸੀਂ ਆਪਣੀ ਮਰਜ਼ੀ ਨਾਲ ਇਨਕਮ ਘਟਾਤੀ। ਮੈਨੂੰ ਇੱਕ ਸਿੰਗਲ ਕੰਪਨੀ ਇਹੀ ਜੀ ਦੱਸ ਦਿਓ ਜੀ ਜਿਹੜੀ ਕੰਪਨੀ 'ਚ ਇਨਕਮ ਘਟਦੀ ਹੋਵੇ। ਹਰੇਕ ਕੰਪਨੀ 'ਚ ਇਨਕਮ ਵੱਧਦੀ ਆ ਜੀ, ਸਿਰਫ ਮੈਂ ਜਮੈਟੋ ਇੱਕ ਲੌਤੀ ਕੰਪਨੀ ਦੇਖੀ ਜੀ 'ਚ ਇਨਕਮ ਘਟਦੀ ਜਾ ਰਹੀ ਆ, ਵਧਣੀ ਤਾਂ ਕੀ ਆ। ਜੇ ਇਹਨਾਂ ਦੇ ਉੱਪਰ ਅਸੀਂ ਗੱਲ ਕਰਦੇ ਆ, ਪਤਾ ਕਰਦੇ, ਉਹ ਕਹਿੰਦੇ ਕੰਪਨੀ ਨੇ ਆਪਣਾ ਫਾਇਦਾ ਨਹੀਂ ਜੀ ਦੇਖਣਾ। ਕੰਪਨੀ ਨੂੰ ਘਾਟਾ ਤਾਂ ਨਹੀਂ ਪੈ ਰਿਹਾ? ਵੈਸੇ ਕੋਈ ਗੱਲ ਆ, ਤੁਸੀਂ ਸਮਝਦੇ ਹੋ ਇਸ ਚੀਜ਼ ਨੂੰ? ਇਹ ਵੀ ਚੀਜ਼ ਮੈਂ ਤੁਹਾਨੂੰ ਦੱਸਦਾ ਜੀ, ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਜ਼ਿਆਦਾ ਪੁਰਾਣਾ ਟਾਈਮ ਨਹੀਂ ਹੈ, ਮਹੀਨਾ ਵੀ ਨਹੀਂ ਹੋਇਆ ਜੀ ਹਲੇ। ਜਮੈਟੋ ਨੂੰ 10-15 ਸਾਲ ਹੋ ਗਏ ਆਈ ਨੂੰ ਜੀ। ਇਹ ਜਦੋਂ ਦਾ ਸ਼ੋਅ ਕਰ ਰਹੇ ਭਾਈ ਸਾਡੀ ਤਾਂ ਕੰਪਨੀ ਘਾਟੇ 'ਚ ਜਾ ਰਹੀ ਹੈ। ਤੇ ਬੜੀਆਂ ਕੰਪਨੀਆਂ, ਸਾਨੂੰ ਨਹੀਂ ਪਤਾ ਕੀ ਇਹਨਾਂ ਦੇ ਹਿਸਾਬ ਕਿਤਾਬ ਹੁੰਦੇ ਆ, ਪਰ ਹੁਣ ਇਹਨਾਂ ਨੇ ਦਿਖਾਇਆ ਜੀ 2 ਕਰੋੜ ਦਾ ਫਾਇਦਾ ਪਿਛਲੇ ਮਹੀਨੇ ਦਿਖਾਇਆ। ਇਸ ਵਾਰ ਜੋ ਇਹਨਾਂ ਨੇ ਰਿਟਰਨ ਫਾਈਲ ਕੀਤੀ ਉਹ 'ਚ ਦਿਖਾਇਆ ਬਈ ਜਮੈਟੋ ਫਾਇਦੇ 'ਚ ਆ ਗਈ 2 ਕਰੋੜ ਦੇ। ਮਤਲਬ ਕਿ ਉਹ ਸਾਡੇ ਸਿਰ ਤੇ ਫਾਇਦੇ 'ਚ ਆ ਗਈ, ਗਿਗਸ 'ਚ ਲਿਆਉਣ ਤੇ ਬਸ ਸਾਡਾ ਅੱਗਾ ਮਾਰ ਕੇ, ਸਾਡਾ ਰੋਜ਼ਗਾਰ ਮਾਰ ਕੇ ਕੰਪਨੀ ਫਾਇਦੇ 'ਚ ਆ ਗਈ ਜੀ। ਕਿਉਂਕਿ ਗਿਗਸ ਵੀ ਹੁਣੀ ਲਾਂਚ ਹੋਈ ਹੈ ਜੀ, 6 ਮਹੀਨੇ ਹੋਏ ਆ, 4-5-6 ਮਹੀਨੇ। ਕੰਪਨੀ ਵੀ ਇਸੇ ਸਾਲ ਫਾਇਦੇ 'ਚ ਆਈ ਹੈ ਜੀ। ਇਹਦਾ ਮਤਲਬ ਸਾਡਾ ਅੱਗਾ ਮਰਿਆ ਤਾਂ ਹੀ ਕੰਪਨੀ ਫਾਇਦੇ 'ਚ ਗਈ ਹੈ ਜੀ। ਸਾਡਾ ਅੱਗਾ ਮਾਰ ਕੇ, ਸਾਡੇ 20-20 ਰੁਪਏ ਮਾਰ ਕੇ ਕੰਪਨੀ ਫਾਇਦੇ 'ਚ ਚਲ ਗਈ ਜੀ। ਅੱਜ ਤੋਂ ਪਹਿਲਾਂ 15 ਸਾਲ ਹੋ ਗਏ ਕੰਪਨੀ ਕਦੀ ਫਾਇਦੇ 'ਚ ਨਹੀਂ ਗਈ। ਗਿਗਸ ਆ ਗਈ, ਹੁਣ ਗਿਗਸ ਆਉਂਦੇ ਉਹ ਕੰਪਨੀ ਫਾਇਦੇ 'ਚ ਚਲ ਗਈ ਜੀ। ਉਹ ਤੋਂ ਬਾਅਦ ਸਾਡੇ ਕੋਈ ਮੰਤਰੀ ਸਾਹਿਬ ਨੇ ਜਿਹੜੇ ਦੇਖਦੇ ਆ ਕੰਪਨੀ ਨੂੰ ਸਾਰਾ, ਉਹਨਾਂ ਨੇ ਵੀ ਬਕਾਇਦਾ ਟਵਿੱਟਰ ਤੇ ਜਮੈਟੋ ਨੂੰ ਵਧਾਈ ਦਿੱਤੀ ਕਿ ਜਮੈਟੋ 2 ਕਰੋੜ ਦੇ ਬੈਨੀਫਿਟ ਤੇ ਫਾਇਦੇ ਤੇ ਆ ਗਈ। ਆਏ ਨਹੀਂ ਉਹਨਾਂ ਨੂੰ ਪਤਾ ਹੈਗਾ ਕਿ ਕਿਹਦਾ ਹੱਕ ਮਾਰ ਕੇ ਫਾਇਦਾ ਕੀ ਤੇ ਕਿੱਦਾਂ ਹੋਇਆ, ਕਿੱਦਾਂ ਇਹਨਾਂ ਨੂੰ ਫਾਇਦਾ ਹੋਇਆ ਕੰਪਨੀ ਨੂੰ। ਮੰਤਰੀ ਸਾਹਿਬ ਤੱਕ ਨਹੀਂ ਫਿਰ ਤੁਸੀਂ ਪਹੁੰਚ ਕਰੀ ਵੀ ਤੁਸੀਂ ਕਿਹਨਾਂ ਨੂੰ ਵਧਾਈਆਂ ਦੇ ਰਹੇ ਹੋ, ਸਾਡੇ ਨਾਲ ਦਾਅਵ ਤੀਰਾ ਹੋ ਰਿਹਾ? ਅਸੀਂ ਨਹੀਂ ਜੀ ਪਹੁੰਚ ਕਰੀ, ਕਿਉਂਕਿ ਉਹ ਆਪਣੇ ਪੰਜਾਬ ਦੇ ਨਹੀਂ ਸੀ, ਉਹ ਸੈਂਟਰ ਦੇ ਮੰਤਰੀ ਸੀਗੇ ਕੋਈ, ਜਿਹੜੇ ਕੰਪਨੀਆਂ ਦੇਖਦੇ ਕੀ ਆ। ਆਪਾਂ ਨੂੰ ਦੇਖੋ ਇੰਨੀ ਨੌਲੇਜ ਹੈ ਨਹੀਂ ਇਹਦੇ ਬਾਰੇ ਜੀ। ਉਹਨਾਂ ਨੇ ਬਕਾਇਦਾ ਟਵਿੱਟਰ ਤੇ ਇਹਨਾਂ ਦੀ ਪੋਸਟ ਪਈ ਹੋਊਗੀ, ਵਧਾਈ ਦਿੱਤੀ ਹੋਈ ਹੈ ਜਮੈਟੋ ਕੰਪਨੀ ਨੂੰ। ਹੁਣ ਤੁਸੀਂ ਇਸ ਜ਼ਿਲ੍ਹੇ ਦੇ ਹੋ, ਰੋਪੜ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਹੇ ਹੋ, ਸ਼ਹਿਰ 'ਚ ਕਰ ਰਹੇ ਹੋ ਚਲੋ ਕੰਮ, ਹੈ ਨਾ, ਪਰ ਤੁਹਾਡੀ ਸੰਸਥਾ ਜਿਹੜੀ ਹੈਗੀ ਆ ਪੂਰੇ ਪੰਜਾਬ ਪੱਧਰ ਤੇ ਵੀ ਯੂਨਾਈਟਿਡ ਹੈਗੀ, ਇਕੱਠੇ ਹੈਗੇ ਹੋ, ਕੋਈ ਹੱਲ ਤਾਂ ਹੀ ਨਿਕਲ ਸਕਦਾ ਕਿਸੇ ਗੱਲ ਦਾ, ਕਿ ਸਿਰਫ ਤੁਸੀਂ ਇਸ ਏਰੀਏ ਦੇ ਜਿਹੜੇ ਹੈਗੇ ਹੋ ਇਹੀ ਰੌਲਾ ਪਾ ਰਹੇ ਹੋ ਇਸ ਸਮੇਂ? ਭਾਜੀ ਇਹਦਾ ਮੈਂ ਤੁਹਾਨੂੰ ਦੱਸਦਾ ਕੀ ਆ, ਸਭ ਤੋਂ ਪਹਿਲਾਂ ਤਾਂ ਇਹ 'ਚ ਕੋਈ ਦਾ ਉਹ ਨਹੀਂ ਹੈਗਾ, ਕੋਈ ਯੂਨੀਅਨ ਨਹੀਂ ਆ ਜਾਂ ਇਦਾਂ ਦਾ ਕੁਝ ਨਹੀਂ ਹੈਗਾ। ਹਰੇਕ ਸਿਟੀ ਦੇ ਆ ਮੁੰਡੇ ਇਕੱਠੇ ਹੋ ਕੇ ਕਰ ਲਿਆ। ਹੁਣ ਕੋਈ ਵਿੱਚ ਇਹੋ ਜਿਹੇ ਵੀ ਹੋਣੇ ਜਿਨ੍ਹਾਂ ਦੀ ਇੰਨੀ ਜ਼ਿਆਦਾ ਐਮਰਜੈਂਸੀ, ਉਹ ਵਿਚਾਰੇ ਸਟ੍ਰਾਈਕ ਵੀ ਨਹੀਂ ਕਰ ਸਕਦੇ। ਜਿਹਨੂੰ ਪਤਾ ਵੀ ਸ਼ਾਮ ਨੂੰ ਮੈਂ 300 ਨਾ ਘਰ ਲੈ ਕੇ ਗਿਆ, ਮੇਰੇ ਤਾਂ ਰੋਟੀ ਨਹੀਂ ਪੱਕਣੀ, ਉਹ ਵਿਚਾਰਾ ਸਟ੍ਰਾਈਕ ਕਰਨ ਜੋਗਾ ਵੀ ਨਹੀਂ ਹੈ। ਤੇ ਇਹ ਫਿਰ ਕੰਪਨੀ ਕੀ ਕਰਦੀ ਹੈ, ਕੰਪਨੀ ਦਬਾ ਕੇ ਰੱਖਦੀ ਹੈ। ਲਾਹਾ ਲਿਆ ਜਾਂਦਾ ਇਸ ਚੀਜ਼ ਦਾ? ਬਿਲਕੁਲ ਲਾਹਾ ਲਿਆ ਜਾਂਦਾ। ਉਹ ਤੋਂ ਬਾਅਦ ਕੰਪਨੀ ਫਿਰ ਮੁੰਡਿਆਂ ਨੂੰ ਦਬਾ ਕੇ ਰੱਖਦੀ, ਬਈ ਜੇ ਤੁਸੀਂ ਸਟ੍ਰਾਈਕ ਕਰਦੇ ਆ, ਸਟ੍ਰਾਈਕ ਕਰੋਗੇ, ਮੰਨ ਲਓ 50 ਬੰਦਿਆਂ ਨੇ ਸਟ੍ਰਾਈਕ ਕੀਤੀ, 50 ਨੇ ਤਾਂ ਮੂਹਰੇ ਆਣਾ ਨਹੀਂ ਜੀ। ਫੇਸ ਤਾਂ 2-4 ਜਣੇ ਬਣਦੇ ਆ, ਉਹ 2-4 ਦੀਆਂ ਆਈਡੀਆਂ ਟਰਮੀਨੇਟ ਕਰ ਦੇਣਗੇ ਬਈ ਤੁਸੀਂ ਸਟ੍ਰਾਈਕ ਕਿਉਂ ਕੀਤੀ ਹੈ। ਹੁਣ ਜਿਹੜੇ ਇਹਨਾਂ ਨੇ ਆਪਣੀ ਹੁਣ ਟਰਮ ਐਂਡ ਕੰਡੀਸ਼ਨਾਂ ਚੇਂਜ ਕੀਤੀਆਂ। ਜਦ ਅਸੀਂ ਲੱਗੇ ਸੀ ਕੁਝ ਹੋਰ ਸੀਗੀਆਂ, ਹੁਣ ਇਹਨਾਂ ਨੇ 6 ਮਹੀਨੇ ਤੋਂ ਗਿਗਸ ਲਿਆਂ ਦੀ ਟਰਮ ਐਂਡ ਕੰਡੀਸ਼ਨਾਂ ਚੇਂਜ ਕਰਤੀਆਂ। ਉਹਦੇ ਵਿੱਚ ਵੀ ਇਹਨਾਂ ਨੇ ਮੈਂਸ਼ਨ ਕਰਤਾ ਕਿ ਕਾਫੀ ਕੁਝ ਇਹਨਾਂ ਨੇ ਮਤਲਬ ਆਪਣੇ ਕੰਪਨੀ ਦੇ ਬੈਨੀਫਿਟ ਵਾਸਤੇ ਚੀਜ਼ਾਂ, ਉਹ 'ਚ ਕਾਫੀ ਚੀਜ਼ਾਂ ਮੈਂਸ਼ਨ ਤੁਸੀਂ ਕਰਤੀਆਂ। ਐਕਸੈਪਟ ਕੀਤੀਆਂ ਉਹ ਟਰਮਸ ਐਂਡ ਕੰਡੀਸ਼ਨਸ? ਭਾਜੀ ਅਸੀਂ ਨਹੀਂ ਕੀਤੀਆਂ, ਨਾ ਸਾਨੂੰ ਉਹਨਾਂ ਨੇ ਦੱਸੀਆਂ ਨਾ ਕੁਛ। ਜਮੈਟੋ ਐਪ ਤੇ ਉਹਨਾਂ ਨੇ ਆਪਣੇ ਆਪ ਹੀ ਅਪਡੇਟ ਕਰਤੀਆਂ। ਇਸ ਤਾਂ 2 ਦਿਨ ਬਾਅਦ ਪੜੀਆਂ ਬਸ ਵੀ ਚੇਂਜ ਹੋ ਗਈਆਂ ਜੀ। ਸਾਡੀ ਕਿਸੇ ਨੇ ਸਲਾਹ ਨਹੀਂ ਲੱਤੀ, ਸਾਡੇ ਕਿਤੇ ਸਾਈਨ ਨਹੀਂ ਹੋਏ, ਸਾਨੂੰ ਕਿਸੇ ਨੇ ਪੁੱਛਿਆ ਨਹੀਂ। ਗਿਗਸ ਵੀ ਸਾਡੇ ਉੱਪਰ ਬੇਮਤਲਬ ਤੇ ਲਿਆ ਕੇ ਥੋਪ ਦਿੱਤੀ ਗਈ। ਗਿਗਸ ਤੁਹਾਡੇ ਗਲੇ ਦਾ ਫੰਦਾ ਏ? ਗਲੇ ਦਾ ਫੰਦਾ ਇਹ ਸਾਡੇ ਉੱਤੇ ਜ਼ਬਰਦਸਤੀ ਥੋਪਤੀ। ਅਸੀਂ ਮਨਾ ਕੀਤਾ ਕਿ ਅਸੀਂ ਗਿਗਸ ਨਹੀਂ ਚਲਾਣੀ, ਅਸੀਂ ਰੇਟ ਕਾਰਡ ਨਾਲ ਕੰਮ ਕਰ ਰਹੇ ਸੀ, ਬਹੁਤ ਖੁਸ਼ ਆ, ਸਾਨੂੰ ਵਧੀਆ ਆ। ਅਸੀਂ ਇਹੀ ਟਰਮ ਐਂਡ ਕੰਡੀਸ਼ਨਾਂ ਦੇਖ ਕੇ, ਇਹੀ ਬੈਨੀਫਿਟ ਦੇਖ ਕੇ ਉਰੇ ਆਏ ਸੀ ਕੰਮ ਕਰਨ ਵਾਸਤੇ। ਪਰ ਉਹਨਾਂ ਨੇ ਧੱਕਾ, ਕਹਿੰਦੇ ਨਹੀਂ ਆਉਣੇ ਵਾਲਾ ਫਿਊਚਰ ਸਾਡੀ ਕੰਪਨੀ ਦਾ ਤਾਂ ਗਿਗਸ ਦਾ, ਜੇ ਪੁੱਗਦਾ ਕਰੋ, ਨਹੀਂ ਪੁੱਗਦਾ ਜਾਓ। ਫਿਰ ਇਹਨਾਂ ਨੇ ਭਰੋਸਾ ਦਿੱਤਾ ਜਿਹੜਾ ਬੰਦਾ ਹਫਤੇ ਦਾ 8000 ਕਮਾ ਰਿਹਾ ਉਹ 8000 ਹੀ ਕਮਾਏਗਾ ਗਿਗਸ ਵਿੱਚ। ਪਰ ਉਹ ਹੋਇਆ ਉਹ ਤੋਂ ਉਲਟ ਜੀ। ਜਦ ਹੁਣ 4-5 ਪਹਿਲਾਂ 1-2 ਮਹੀਨੇ ਦਿੱਤੀ ਉਨੀ ਸੈਲਰੀ, ਉਨਾ ਜਿੰਨਾ ਪੇ ਆਊਟ ਬਣਦਾ ਸੀ ਉਹਨਾਂ ਦਿੰਦੇ ਰਹੇ। ਜਿੱਦਾਂ ਜਿੱਦਾਂ ਟਾਈਮ ਲੰਘਦਾ ਗਿਆ ਉੱਦਾਂ ਘਟਦਾ ਹੁਣ ਹਰੇਕ ਮੁੰਡਾ 4-5 ਹਜ਼ਾਰ ਤੇ ਲਿਆ ਕੇ ਖੜਾਤਾ ਜੀ। ਹੁਣ ਇਹਨਾਂ ਨੇ ਕੀ ਕੀਤਾ, ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਓ, ਚਾਹੇ ਲਾਓ ਤੁਸੀਂ ਰੋਜ਼ 8 ਘੰਟੇ, ਚਾਹੇ ਲਾਓ ਤੁਸੀਂ 12 ਘੰਟੇ। ਜੇ ਤੁਹਾਡਾ ਪਿਛਲੇ ਹਫਤੇ 5000 ਬਣਿਆ ਤਾਂ ਇਸ ਹਫਤੇ ਵੀ 5 ਬਣਨਾ, ਤੁਹਾਡਾ 8 ਨਹੀਂ ਬਣਨ ਦੇਣਾ ਕੰਪਨੀ ਨੇ। ਮਤਲਬ ਇੱਕ ਜਗ੍ਹਾ ਟਿਕਾਤਾ ਇਹਨਾਂ ਨੇ ਬਈ ਤੁਸੀਂ ਕੰਮ ਘੱਟ ਕਰੋ, ਮਿਹਨਤ ਘੱਟ ਕਰੋ, ਵੱਧ ਕਰੋ, ਤੁਹਾਨੂੰ ਟਿਕਾ ਦੇਣਾ ਬਈ ਇੱਥੇ ਖੜ ਕੇ ਇੱਥੇ ਹੀ ਬਸ ਤੁਹਾਨੂੰ ਆਹੀ ਮਿਲਣਾ। ਔਰ ਸਾਡੇ ਵਾਸਤੇ ਹੈ ਕੁਛ ਨਹੀਂ ਹੈ। ਕੋਈ ਆਰਡਰ ਆ ਕਸਟਮਰ ਨੇ ਕੈਂਸਲ ਕਰਨਾ ਹੈ ਜੀ,
ਅਸੀਂ 45 ਮਿੰਟ ਖੜਦੇ ਆ ਉੱਥੇ। ਕਸਟਮਰ ਨੇ ਮਨਾ ਵੀ ਕਰਤਾ ਨਾ ਮੈਂ ਆਰਡਰ ਨਹੀਂ ਲੈਣਾ ਤਾਂ ਵੀ ਕੰਪਨੀ ਆਰਡਰ ਕੈਨਸਲ ਨਹੀਂ ਕਰਦੀ। ਅਸੀਂ 45 ਮਿੰਟ ਉੱਥੇ ਖੜੇ ਰਹਿੰਦੇ ਆ ਤਾਂ ਆਰਡਰ ਕੈਨਸਲ ਹੁੰਦਾ ਆ। ਸਾਡੇ ਟਾਈਮ ਦੀ ਵੈਲਿਊ ਨਹੀਂ ਹੈਗੀ ਜੀ, ਸਾਨੂੰ ਕੋਈ ਵੇਟਿੰਗ ਟਾਈਮ ਨਹੀਂ ਮਿਲਣਾ, ਖੜਨੇ ਦਾ ਕੁਝ ਨਹੀਂ ਮਿਲਣਾ। ਅਸੀਂ 45 ਮਿੰਟ ਕਸਟਮਰ ਦਾ ਉੱਥੇ ਖੜ ਕੇ ਵੇਟ ਕੀਤਾ, ਜੇ ਉਹਨੇ ਨਾ ਆਰਡਰ ਲਿੱਤਾ ਫਿਰ ਅਸੀਂ ਮੁੜ ਕੇ ਰੈਸਟੋਰੈਂਟ ਜਾ ਕੇ ਮੋੜਨਾ। ਇੱਕ ਆਰਡਰ ਤੇ 2 ਘੰਟੇ ਖਰਾਬ ਹੋ ਜਾਣੇ, ਔਰ ਜੇ ਲੋਕਲ ਆਰਡਰ ਹੋਇਆ ਪੈਸੇ ਕਿੰਨੇ ਮਿਲਣੇ? 20 ਰੁਪਏ। ਬਾਈ ਜਲਾਲਤ ਵੀ ਚੱਲਣੀ ਪੈਂਦੀ ਆ ਕਦੀ, ਇਹੋ ਜਿਹੇ ਲੋਕ ਵੀ ਤੁਹਾਨੂੰ ਮਿਲ ਜਾਂਦੇ ਹੋਣੇ ਆ ਜਿਹੜੇ ਤੁਹਾਨੂੰ ਜਲੀਲ ਕਰਦੇ ਹੋਣੇ ਆ, ਜਿਹੜੇ ਹੰਕਾਰੀ ਲੋਕ ਹੁੰਦੇ ਹੋਣੇ, ਉਹਨਾਂ ਦੇ ਦਰਾਂ ਤੇ ਵੀ ਤੁਹਾਨੂੰ ਜਾਣਾ ਪੈਂਦਾ ਹੋਣਾ। ਤੁਸੀਂ ਕਹਿੰਦੇ ਪੜ੍ਹੇ ਲਿਖੇ ਹੋ, ਤਾਂ ਪੜ੍ਹੇ ਲਿਖੇ ਹੋ ਕੇ ਜੇ ਤੁਸੀਂ ਇਹ ਕੰਮ ਕਰਦੇ ਹੋ, ਤੁਸੀਂ ਸਵਾਭਿਮਾਨ ਨਾਲ ਆਪਣੇ ਨਾਲ ਕਰਦੇ ਹੋ, ਮਾਣ ਨਾਲ ਕਰਦੇ ਹੋ ਇਹ ਕੰਮ ਨੂੰ ਵੀ, ਜਾਂ ਮਜਬੂਰੀ ਰਹਿੰਦੀ ਉਹਦੇ ਵਿੱਚ ਜਲਾਲਤ ਚੱਲਣੀ ਪੈਂਦੀ ਆ? ਭਾਈ ਦੇਖੋ, ਪਹਿਲਾਂ ਤਾਂ ਸਭ ਤੋਂ ਵੱਡੀ ਮਜਬੂਰੀ ਹੈ ਕਿ ਦੇਖੋ ਕੰਮ ਤਾਂ ਕਰਨਾ ਆ। ਹੁਣ ਇਹਦਾ ਚੋਰੀ ਚਕਾਰੀ ਕਰਕੇ ਤਾਂ ਘਰ ਚਲਾ ਨਹੀਂ ਸਕਦੇ ਜੀ, ਕੰਮ ਕਿਤੇ ਨਾ ਕਿਤੇ ਤਾਂ ਕਰਨਾ ਹੀ ਆ। ਉਹ ਛੋਟਾ ਗਿਆ ਬੜਾ ਗਿਆ ਜੀ, ਹੁਣ ਜਿੱਥੇ ਮਿਲਿਆ ਵਧੀਆ ਮਿਲਦਾ ਵਧੀਆ ਕਰ ਲੈਂਦੇ, ਪਰ ਹੁਣ ਜਿੰਨਾ ਮਿਲਿਆ ਉਹ ਤਾਂ ਕਰਨਾ ਹੀ ਹੈ ਜੀ, ਮਿਹਨਤ ਤਾਂ ਕਰਨੀ ਉਹ ਹੈ। ਬਾਕੀ ਲੋਕ ਤਾਂ ਤੁਹਾਨੂੰ ਪਤਾ ਹਰ ਜਗ੍ਹਾ ਹਰ ਤਰ੍ਹਾਂ ਦੇ ਹੁੰਦੇ ਆ ਜੀ, ਗੱਲਾਂ ਸਭ ਦੀਆਂ। ਤੁਹਾਨੂੰ ਆਪਣੇ ਸਨਮਾਨ ਨਾਲ ਸਮਝੌਤਾ ਤਾਂ ਨਹੀਂ ਕਰਨਾ ਪੈਂਦਾ ਜਦੋਂ ਤੁਹਾਡੀ ਸਨਮਾਨ ਦੀ, ਤੁਹਾਡੇ ਮਾਣ ਦੀ ਹਾਨੀ ਹੁੰਦੀ ਹੈ, ਕਿਤੇ ਕੰਪਨੀ ਤੁਹਾਡੇ ਨਾਲ ਸਟੈਂਡ ਲੈਂਦੀ ਹੈ? ਭਾਜੀ ਬਿਲਕੁਲ ਨਹੀਂ ਲੈਂਦੀ। ਇਹਦੀ ਐਗਜ਼ਾਮਪਲ ਮੈਂ ਤੁਹਾਨੂੰ 4 ਦਿਨ ਪਹਿਲਾਂ ਦੀ ਐਗਜ਼ਾਮਪਲ ਦੱਸਦਾ। ਮੈਨੂੰ ਰਾਤ ਨੂੰ 10 ਵਜੇ ਪਥਰੇੜੀ ਜੱਟਾਂ ਦਾ ਆਰਡਰ ਪਿਆ ਜੀ, ਰੋਪੜ ਤੋਂ 8 ਕਿਲੋਮੀਟਰ ਦੂਰ ਹੈ, ਪੂਰਾ ਜੰਗਲ ਵਾਲਾ ਰਸਤਾ, ਉਹ 2-2 ਫੁੱਟ ਦੇ ਖੱਡੇ ਪਏ ਹੋਏ ਆ। ਕੰਪਨੀ ਨੂੰ ਫੋਨ ਕੀਤਾ ਕਿ ਮੈਮ ਅਨਸੇਫ ਏਰੀਆ ਇਹ ਆਰਡਰ ਕੈਂਸਲ ਕਰ ਦਿਓ, ਜਾਂ ਨਹੀਂ ਤੁਸੀਂ ਕੈਂਸਲ ਕਰਨਾ ਮੈਂ ਦਿਆਂਦਾ, ਮੈਨੂੰ ਨਾਲ ਇੱਕ ਮੁੰਡਾ ਪ੍ਰੋਵਾਈਡ ਕਰ ਦਿਓ। ਨਾ ਮੁੰਡਾ ਪ੍ਰੋਵਾਈਡ ਕਰਨਾ ਜੀ, ਨਾ ਉਹਨਾਂ ਨੇ ਕੁਝ ਕਰਨਾ, ਨਹੀਂ ਆਰਡਰ ਦੇ ਕੇ ਆਓ, ਨਹੀਂ ਦੇ ਕੇ ਆਉਂਗੇ ਤਾਂ ਪਲੰਟੀ ਪੈਣੀ ਹੈ ਜੀ। ਔਰ ਉੱਥੇ ਜੇ ਕੁਝ ਹੋ ਜਾਂਦਾ, ਕੋਈ ਰਸਤੇ 'ਚ ਲੁੱਟ ਖੋ ਹੋ ਗਈ, ਕੁਝ ਹੋ ਗਿਆ, ਉਹਦੀ ਕੰਪਨੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਜੇ ਤੁਹਾਡੀ ਗਰਦਨੇ ਵੱਢ ਲੈ ਜਾਵੇ ਕੋਈ, ਫਿਰ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਜੀ, ਉਹ ਸਾਡਾ ਆਪਣਾ ਰਿਸਕ ਹੈ ਜੀ। ਤੁਹਾਨੂੰ ਪਤਾ ਆਪਣੇ ਰੋਪੜ ਏਰੀਏ ਦੇ ਲਾਗ-ਪਾਸ ਕਿੱਦਾਂ ਦੇ ਏਰੀਏ ਜਿੱਥੇ ਆਪਾਂ ਰਾਤ ਨੂੰ ਨਹੀਂ ਜਾ ਸਕਦੇ, ਪਰ ਕੰਪਨੀ 'ਚ ਉਹਦੇ ਵਾਸਤੇ ਕੋਈ ਸੁਣਵਾਈ ਨਹੀਂ ਹੈਗੀ ਜੀ। ਉਹ ਤੁਸੀਂ ਆਰਡਰ ਦੇਣ ਜਾਓ, ਜੇ ਤੁਸੀਂ ਨਹੀਂ ਦੇਣ ਜਾਂਦੇ ਤਾਂ ਫਿਰ ਤੁਹਾਨੂੰ ਉਹਦੀ ਪਲੰਟੀ ਦੇਣੀ ਪਏਗੀ ਜੀ। ਹੋਰ ਕਿੰਨੇ ਕੁ ਬੰਦੇ ਬਾਈ ਪੜ੍ਹੇ ਲਿਖੇ ਹੈਗੇ ਇੱਥੇ, ਜਿਹੜੇ ਬਹੁਤ ਪੜ੍ਹੇ ਲਿਖੇ ਆ ਫਿਰ ਵੀ ਕੰਮ ਕਰਨਾ ਪੈ ਰਿਹਾ? ਕਿੰਨੇ ਪੜ੍ਹੇ ਹੋ ਭਾਜੀ? ਭਾਜੀ BA BEd ਆ ਜੀ। BA BEd? ਹਾਂਜੀ, ETT ਵੀ ਹੈ, ETT ਵੀ ਆ? BCA ਵੀ ਕਰੀ ਹੋਈ ਹੈ ਜੀ। ਅੱਛਾ ਜੀ। ਹਾਂਜੀ, ਪਰ ਹੁਣ ਭਾਜੀ ਮਜਬੂਰੀ ਆ, ਦੇਖੋ ਕੰਮ ਤਾਂ ਕਰਨਾ ਹੀ ਆ, ਬੱਚੇ ਪਾਲਣੇ ਆ, ਘਰ ਦਾ ਹੁਣ ਤਾਂ ਖਰਚਾ। ਅਧਿਆਪਕ ਬਹੁਤ ਪੱਕੇ ਕੀਤੇ ਗਏ ਆ ਜੀ, ਹਜ਼ਾਰਾਂ ਦੀ ਗਿਣਤੀ ਵਿੱਚ ਤਾਂ ਉਹਨਾਂ ਨੂੰ ਭਗਵੰਤ ਮਾਨ ਸਾਹਿਬ ਨੇ ਆਪ ਜਿਹੜੇ ਹੈਗੇ ਨਿਯੁਕਤੀ ਪੱਤਰ ਵੰਡੇ ਆ ਜੀ। ਭਾਜੀ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ ਵੀ ਉਹ ਜਿਹੜੇ ਨਿਯੁਕਤੀ ਪੱਤਰ ਬੰਦੇ ਆ ਉਹਦੇ ਵਿੱਚ DA CA ਜੋ ਵੀ ਉਹਨਾਂ ਨੂੰ ਮਿਲਦੇ ਤੇ ਭੱਤੇ ਉਹ ਸਾਰੇ ਖਤਮ ਹੋ ਗਏ ਆ। ਤੇ ਉਹ ਸੈਲਰੀ ਕਿੰਨੀ ਰਹਿ ਗਈ ਆ ਉਹਨਾਂ ਦੀ ਟੀਚਰਾਂ ਦੀ? ਉਹ 9300 ਰੁਪਿਆ ਕੁਛ ਇੰਨੀ ਕੁ ਬਣਦੀ ਆ। ਤੇ ਇੰਨੀ ਸੈਲਰੀ ਤੇ ਤਾਂ ਅਸੀਂ ਇੰਨਾ ਤਾਂ ਅਸੀਂ ਬਾਹਰ ਹੀ ਕਮਾ ਸਕਦੇ ਹਾਂ, ਫਿਰ ਇਸ ਤੋਂ ਵੱਧ ਕਮਾ ਸਕਦੇ ਹਾਂ। ਜਿਹੜੀ ਪੜ੍ਹਾਈ ਤੁਸੀਂ ਕੀਤੀ ਤੁਹਾਨੂੰ ਲੱਗਦਾ ਵੀ ਐਵੇਂ ਮੱਥੇ ਹੀ ਮਾਰਦੇ ਰਹੇ, ਕੰਮ ਨਹੀਂ ਆਇਆ ਕੁਛ? ਹਾਂਜੀ, ਮੱਥਾ ਹੀ ਦਾ ਹੀ। ਹੁਣ ਜਿਹੜੇ ਹਿਸਾਬ ਨਾਲ ਅਸੀਂ ਕੰਮ ਕਰ ਰਹੇ ਹਾਂ ਉਸ ਹਿਸਾਬ ਨਾਲ ਤਾਂ ਇਹੀ ਆ ਕਿ ਮੱਥਾ ਹੀ ਮਾਰਦੇ ਰਹੇ ਆ, ਕਿਉਂਕਿ ਸਰਕਾਰਾਂ 'ਚ ਹੁਣ ਪਤਾ ਹੀ ਆ ਵੀ ਕਿਆ ਸਿਸਟਮ ਚੱਲ ਰਿਹਾ ਹੈ। ਪੜ੍ਹੇ ਲਿਖੇ ਸਾਨੂੰ ਪਤਾ ਹੀ ਆ ਕਿੱਥੋਂ ਕਿਆ ਸਿਸਟਮ ਚਲਾ ਰਹੀ ਹੈ ਸਰਕਾਰ, ਕਿਆ। TET ਕਲੀਅਰ ਹੈ ਤੁਹਾਡਾ? ਹਾਂਜੀ, ਟੈਟ ਮੇਰਾ ਕਲੀਅਰ ਤਾਂ, ਪਰ ਉਹਦੀ ਹੁਣ ਵੈਲੀਡੇਟ ਜਿਹੜਾ ਹੁੰਦਾ ਸੀਗਾ ਵੈਲੀਡੇਸ਼ਨ ਖਤਮ ਹੋ ਗਈ ਉਹਦੀ ਜੀ, ਹੁਣ ਦੁਬਾਰਾ ਕਲੀਅਰ ਕਰਨਾ ਪੈਣਾ ਜੀ। ਹੁਣ ਫਿਰ ਕਰਨਾ ਪੈਣਾ, ਮਤਲਬ ਹਲੇ ਵੀ ਉਮੀਦ ਰੱਖੀ ਬੈਠੇ ਹੋ ਕਿ ਇੱਕ ਦਿਨ ਕਰਾਂਗੇ ਨੌਕਰੀ ਮਿਲ ਜੂਗੀ? ਹੁਣ ਤਾਂ ਉਮੀਦਾਂ ਤਾਂ ਹੁਣ ਖਤਮ ਹੈ ਜੀ। ਹੁਣ ਤਾਂ ਪ੍ਰਾਈਵੇਟ ਹੈ ਵੀ ਪ੍ਰਾਈਵੇਟ ਬਸ ਵਧੀਆ ਜੌਬ ਕੋਈ ਕਰ ਲਈਏ ਤੇ ਕਿਸੇ ਚੰਗੀ ਅਰਨਿੰਗ ਹੋਵੇ ਜਿੱਥੇ ਉਹੋ ਜਿਹੀ ਜਗ੍ਹਾ ਕੰਮ ਕਰ ਲਈਏ। ਪਰ ਹੁਣ ਉਹੋ ਜਿਹੀ ਆ ਤੁਹਾਡੇ ਸਾਹਮਣੇ ਹੀ ਐਗਜ਼ਾਮਪਲ, ਹੁਣ ਸਟ੍ਰਾਈਕ ਕਰੀ ਬੈਠੇ ਆ ਜੀ। ਕਿੱਥੇ ਇਹਦੇ ਨਾਲ ਚਲੋ ਮਾੜਾ ਮੋਟਾ ਖਰਚਾ ਕੱਢਦੇ ਸੀ, ਜਵਾਕਾਂ ਦਾ ਨਿਕਲ ਜਾਂਦਾ ਸੀ, ਆਪਣਾ ਘਰ ਦਾ ਖਰਚਾ ਨਿਕਲ ਜਾਂਦਾ ਦਾ। ਸਟ੍ਰਾਈਕਾਂ ਤਾਂ ਫਿਰ ਉੱਧਰ ਵੀ ਬਾਈ ਕਰਨੀਆਂ ਪੈ ਰਹੀਆਂ ਸੀ, ਉਹ ਵੀ ਤਾਂ ਕਰੇ ਰਹੇ ਸਟ੍ਰਾਈਕਾਂ ਦਾ, ਅਧਿਆਪਕ ਵੀ ਕਰ ਰਹੇ ਸੀ, ਹੁਣ ਇੱਥੇ ਵੀ ਕਰ ਰਹੇ ਹੋ। ਕੀ ਲੱਗਦਾ ਜ਼ਿੰਦਗੀ ਫਿਰ ਸਟ੍ਰਾਈਕਾਂ 'ਚ ਨਿਕਲ ਜੂਗੀ? ਹਾਂਜੀ ਹਾਂ, ਬਿਲਕੁਲ ਸਟ੍ਰਾਈਕਾਂ 'ਚ ਹੀ ਨਿਕਲਣੀ ਹੈ ਜੀ, ਇਸ ਹਿਸਾਬ ਨਾਲ ਜ਼ਿੰਦਗੀ ਜਿਹੜੇ ਹਿਸਾਬ ਨਾਲ ਹੋ ਰਹੀਆਂ। ਕਿਉਂਕਿ ਦੇਖ ਲਓ ਤੁਸੀਂ, ਇਕੱਲੇ ਅਧਿਆਪਕਾਂ ਵਾਲੇ ਨਹੀਂ, ਹੋਰ ਵੀ ਬਹੁਤ ਸਾਰੀਆਂ ਇਹੋ ਜਿਹੇ ਮਹਿਕਮੇ ਆ ਜਿਨ੍ਹਾਂ 'ਚ ਸਾਰੀ ਸਟ੍ਰਾਈਕ ਤੇ ਬੈਠੇ ਹੋਏ ਆ। ਤੇ ਹੁਣ ਪ੍ਰਾਈਵੇਟ ਜਿਹੜੇ ਹੈਗੇ ਉਹ ਵੀ ਸਟ੍ਰਾਈਕ ਤੇ ਆ ਰਹੇ ਆ, ਤਾਂ ਹੁਣ ਖਤਮ ਹੋ ਰਿਹਾ ਜੀ, ਹੌਲੀ ਹੌਲੀ ਸਾਰਾ ਹੀ ਸਿਸਟਮ ਹੀ ਖਤਮ ਹੋ ਰਿਹਾ ਹੈ। ਤਾਂ ਬਿਲਕੁਲ ਪੜ੍ਹੇ ਲਿਖੇ ਨੌਜਵਾਨ ਆ, ਕਿਸੇ ਨੇ BBA ਕੀਤੀ ਹੋਈ ਹੈ ਤਾਂ ਕਿਸੇ ਨੇ BA BEd ਕੀਤੀ ਹੋਈ ਹੈ। ਅਧਿਆਪਨ ਦੀ ਜਿਹੜੀ ਡਿਗਰੀ ਹੈ, ਜਿਹਨੇ ਬੱਚਿਆਂ ਨੂੰ ਪੜ੍ਹਾਉਣਾ ਸੀ ਕਿ ਉਹ ਰੋਜ਼ਗਾਰ ਦੇ ਸਮਰੱਥ ਹੋ ਸਕੇ। ਜੇ ਉਹ ਲੋਕ ਹੀ ਰੁਲਦੇ ਰਹਿਣਗੇ ਤਾਂ ਫਿਰ ਬੱਚਿਆਂ ਦਾ ਭਵਿੱਖ ਕੀ ਹੋਊਗਾ? ਇਹ ਆਪਣੇ ਆਪ 'ਚ ਵੱਡਾ ਸਵਾਲ ਹੈ। ਸਰਕਾਰਾਂ ਦੇ ਦਾਅਵੇ ਬਹੁਤ ਵੱਡੇ ਆ, ਸਰਕਾਰਾਂ ਦੇ ਵਾਅਦੇ ਵੀ ਬਹੁਤ ਆ, ਪਰ ਉਹ ਦਾਅਵੇ ਕਿੰਨੇ ਕੁ ਸੱਚੇ ਆ, ਉਹ ਵਾਅਦੇ ਕਿੰਨੇ ਕੁ ਸੱਚੇ ਆ? ਗੱਲਾਂ ਹੁੰਦੀਆਂ ਕਿ ਬਾਹਰ ਗਏ ਵੀ ਮੁੜ ਕੇ ਆਉਣਗੇ, ਅਜਿਹਾ ਪੰਜਾਬ ਬਣਾਵਾਂਗੇ ਰੰਗਲਾ ਪੰਜਾਬ ਕਿ ਬਾਹਰ ਗਏ ਵੀ ਵਾਪਸ ਮੁੜ ਕੇ ਇਸ ਧਰਤੀ ਤੇ ਆ ਜਾਣਗੇ, ਗੋਰੇ ਵੀ ਆ ਕੇ ਕੰਮ ਕਰਨਗੇ। ਬਹੁਤ ਵੱਡੇ ਵੱਡੇ ਦਾਅਵੇ ਪਹਿਲੀਆਂ ਸਰਕਾਰਾਂ ਨੇ ਵੀ ਕੀਤੇ, ਹੁਣ ਵੀ ਕੀਤੇ ਜਾ ਰਹੇ ਆ, ਤੇ ਅੱਗੇ ਵੀ ਇਹੀ ਉਮੀਦ ਹੈ ਕਿ ਮੁੱਕਣੇ ਨਹੀਂ। ਦਾਅਵੇ ਵਾਅਦੇ ਇਹੋ ਜਿਹੇ ਹੋਣੇ ਆ ਜਿਨ੍ਹਾਂ ਨੂੰ ਸੁਣ ਕੇ ਕੰਨ ਖੁੱਲ੍ਹ ਜਾਣੇ, ਮੂੰਹ ਖੁੱਲ੍ਹੇ ਰਹਿ ਜਾਣੇ, ਅੱਖਾਂ ਅੱਡੀਆਂ ਰਹਿ ਜਾਣੀਆਂ, ਪਰ ਜ਼ਮੀਨ ਤੇ ਕਿੰਨਾ ਕੁ ਕੰਮ ਹੁੰਦਾ ਉਹਨਾਂ ਦੇ ਉੱਤੇ, ਇਹ ਜੋ ਲੋਕ ਆ ਇਹ ਇਹਦੇ ਉੱਤੇ ਸਵਾਲ ਖੜਾ ਕਰਦੇ ਆ। ਪਰ ਇਹਨਾਂ ਦੇ ਸਵਾਲਾਂ ਦਾ ਜਵਾਬ ਕੀ ਸਰਕਾਰ ਕੋਲ ਹੈਗਾ? ਕੀ ਸਰਕਾਰ ਕਦੇ ਇਹਨਾਂ ਦੀਆਂ ਪੜ੍ਹਾਈਆਂ ਦਾ, ਇਹਨਾਂ ਦੀਆਂ ਮਿਹਨਤਾਂ ਦਾ ਮੁੱਲ ਇਹਨਾਂ ਨੂੰ ਦੇ ਸਕੇਗੀ?
ਜੇ ਆਪ ਮੁੱਲ ਨਹੀਂ ਦੇ ਸਕਦੀ ਤਾਂ ਕੀ ਜਿਹੜੀਆਂ ਕੰਪਨੀਆਂ ਆ ਕੇ ਇਹਨਾਂ ਦੇ ਨਾਲ ਧੱਕਾ ਕਰਦੀਆਂ, ਇਹਨਾਂ ਦੀ ਮਿਹਨਤ ਦਾ ਖੂਨ ਪਸੀਨੇ ਦੀ ਜਿਹੜੀ ਕਮਾਈ ਹੈਗੀ ਆ, ਇਹਨਾਂ ਦਾ ਹੱਕ ਜਿਹੜੀਆਂ ਕੰਪਨੀਆਂ ਖਾਂਦੀਆਂ, ਉਹਨਾਂ ਦਾ ਸਰਕਾਰ ਕੁਝ ਕਰ ਸਕਦੀ? ਆਪਣੇ ਆਪ 'ਚ ਸਵਾਲ ਹੈ, ਸਵਾਲ ਸਰਕਾਰ ਦੇ ਉੱਤੇ ਖੜੇ ਆ। ਇਹਨਾਂ ਦੇ ਜਵਾਬ ਕਦੋਂ ਮਿਲਣਗੇ, ਇਹ ਦੇਖਣ ਵਾਲੀ ਗੱਲ ਰਹੇਗੀ। ਸੋ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਜਿਹੜੇ ਅਧਿਕਾਰੀ ਹੈਗੇ ਆ, ਜੋ ਇਹਨਾਂ ਤੋਂ ਉੱਤੇ ਆ, ਉਹ ਇੱਥੇ ਅੰਦਰ ਹੈਗੇ ਆ। ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਇਲਜ਼ਾਮ ਨੌਜਵਾਨਾਂ ਵੱਲੋਂ ਬਹੁਤ ਸਾਰੇ ਲਗਾਏ ਗਏ ਆ। ਸਰ ਤੁਸੀਂ TL ਹੋ ਜੀ ਇਹਨਾਂ ਦੇ? ਸਰ ਦੇਖੋ ਬਹੁਤ ਸਾਰੇ ਇਲਜ਼ਾਮ ਆ, ਤੁਹਾਨੂੰ ਜਵਾਬ। ਸੋ ਬਿਲਕੁਲ ਅਧਿਕਾਰੀ ਜਿਨ੍ਹਾਂ ਦੇ ਨਾਲ ਗੱਲ ਹੋਣੀ ਸੀ ਉਹ ਇੱਥੇ ਬੈਠੇ ਸੀ, ਪਰ ਉਹ ਜਵਾਬ ਦੇਣ ਦੀ ਬਜਾਏ ਇੱਥੋਂ ਚਲੇ ਗਏ ਆ। ਪਰ ਜੇਕਰ ਇਹਨਾਂ ਨੌਜਵਾਨਾਂ ਦੇ ਜਿਹੜੇ ਇਲਜ਼ਾਮ ਹੈਗੇ ਆ ਕੰਪਨੀ ਦੇ ਉੱਤੇ, ਉਹਨਾਂ ਦੇ ਜੇਕਰ ਕੱਲ੍ਹ ਨੂੰ ਕੋਈ ਕੰਪਨੀ ਆਬਜੈਕਸ਼ਨ ਕਰਦੀ ਹੈ ਇਸ ਚੀਜ਼ ਦੇ ਉੱਤੇ, ਤਾਂ ਆਖਰ ਜਵਾਬ ਕੌਣ ਦੇਵੇਗਾ? ਜਵਾਬਦੇਹੀ ਕਿਹਦੀ ਆ? ਹੁਣ ਇਹ ਨੌਜਵਾਨ ਜਿਹੜੇ ਹੈਗੇ ਆ ਉਹ ਰੌਲਾ ਪਾ ਰਹੇ ਆ, ਪਰ ਜੋ ਇਹਨਾਂ ਦੇ ਅਧਿਕਾਰੀ ਹੈਗੇ ਆ ਉਹ ਕੋਈ ਵੀ ਇਸ ਗੱਲ ਦੇ ਉੱਤੇ ਜਵਾਬ ਨਹੀਂ ਦੇਣਾ ਚਾਹੁੰਦੇ। ਜਵਾਬ ਆਖਰ ਦਊਗਾ ਕੌਣ? ਜੇ ਹੁਣ ਕਿਸੇ ਨਾਲ ਧੱਕਾ ਹੋਊਗਾ ਤਾਂ ਇਸ ਚੀਜ਼ ਦਾ ਜਵਾਬ ਦੇ ਕੌਣ ਆ? ਤੁਸੀਂ ਕਿਤੇ ਹੋਰ ਕੰਪਲੇਂਟ ਕੀਤੀ ਹੈ ਬਾਈ? ਕੋਈ ਸਰਕਾਰੇ ਦੇ ਬਾਰੇ ਗੁਹਾਰ ਲਗਾਈ ਹੋਵੇ, ਕੋਈ ਕਿਸੇ ਥਾਂ ਦੇ ਕੰਜ਼ਿਊਮਰ ਕੋਰਟ ਦੇ ਵਿੱਚ, ਕਿਤੇ ਲੇਬਰ ਕੋਰਟ, ਕਿਤੇ? ਬਿਲਕੁਲ ਨਹੀਂ ਕਰੀ ਸਰ, ਅਜੇ ਨਹੀਂ ਕੀਤੀ। ਕੋਈ ਸਾਡੇ ਕੋਲ ਪ੍ਰੂਫ ਹੀ ਨਹੀਂ ਹੈ ਨਾ, ਇਹਨਾਂ ਨੇ ਕੋਈ ਐਗਰੀਮੈਂਟ ਨਹੀਂ, ਕੋਈ ਕੁਝ ਨਹੀਂ। ਇਹਨਾਂ ਨੇ ਸਾਨੂੰ ਪਤਾ ਨਹੀਂ ਕਿਸ ਵਿਆਹ ਤੇ ਪਹਿਲੇ ਤੇ ਉਹਨਾਂ ਨੇ ਜਿਹੜਾ ਸਾਡੇ ਕੋਲ ਐਗਰੀਮੈਂਟ ਕਰਾਇਆ ਸੀ, ਜਦੋਂ ਆਪਾਂ ਜੋਬ, ਮੈਂ 2017 ਤੋਂ ਚੱਲਿਆ ਇੱਥੇ ਇਹਨਾਂ ਨਾਲ। ਸਾਡਾ ਜਦੋਂ ਪਹਿਲੀ ਮੇਰੀ ਜੁਆਇਨਿੰਗ ਹੋਈ ਸੀ ਤਾਂ ਇਹਨਾਂ ਨੇ ਸਾਨੂੰ ਐਗਰੀਮੈਂਟ ਸਾਡੇ ਨਾਲ ਕੀਤਾ ਸੀ, ਬਕਾਇਦਾ ਸਾਈਨ ਸੁਨ ਵੀ ਹੋਏ ਉਦੋਂ ਕੀਤਾ ਸੀ? ਹਾਂਜੀ, ਲੇਕਿਨ ਉਹਨਾਂ ਨੇ ਉਹ ਵਾਲਾ ਸਾਰਾ ਸ਼ਡਿਊਲ ਚੇਂਜ ਕਰਤਾ ਇਹਨਾਂ ਨੇ। ਜਦੋਂ ਦੀ ਗਿਗਸ ਆਈ ਹੈ, ਨਾ ਇਹਨਾਂ ਨੇ ਸਾਡੇ ਕੋਲ ਕੋਈ ਸਾਈਨ ਕਰਵਾਏ, ਨਾ ਕੋਈ ਸਾਡੀ ਮੀਟਿੰਗ ਕਰੀ ਕਿ ਵੀ ਆਪਾਂ ਇਹ ਵਾਲੀ ਚੀਜ਼ ਲੈ ਕੇ ਆਉਣ ਲੱਗੇ ਆ ਤੇ ਕਿਸੇ ਕੀ ਇਹ ਤੁਹਾਨੂੰ ਮਨਜ਼ੂਰ ਹੈ ਜਾਂ ਨਹੀਂ ਹੈ। ਉਹਦੇ ਆਧਾਰ ਤੇ ਤਾਂ ਤੁਸੀਂ ਕਰ ਸਕਦੇ ਹੋ ਕੰਪਲੇਂਟ, ਉਹਦੇ ਆਧਾਰ ਤੇ ਤਾਂ ਕਰ ਸਕਦੇ ਹੋ। ਹਾਂਜੀ ਕਰ ਸਕਦੇ ਹਾਂ ਜੀ। ਸੋ ਬਿਲਕੁਲ ਕਾਨੂੰਨ ਦਾ ਸਹਾਰਾ ਲਓ, ਇੱਥੇ ਕੋਰਟਾਂ ਹੈ, ਕਾਨੂੰਨ ਹੈ, ਤੇ ਉਮੀਦ ਕਰਦੇ ਹਾਂ ਜ਼ਰੂਰ ਤੁਹਾਡੀ ਸੁਣਵਾਈ ਹੋਵੇਗੀ। ਸੋ ਜਵਾਬ ਮੰਗ ਰਹੇ ਆ, ਸਰਕਾਰ ਕੋਲੋਂ ਮੰਗ ਰਹੇ ਆ, ਕੰਪਨੀ ਕੋਲੋਂ ਮੰਗ ਰਹੇ ਆ, ਪਰ ਜਵਾਬਦੇਹੀ ਕਿਹਦੀ ਹੈ, ਕੌਣ ਦੇਵੇਗਾ, ਕਦੋਂ ਇਹ ਸੰਤੁਸ਼ਟ ਹੋਣਗੇ, ਕਦੋਂ ਇਹਨਾਂ ਨੂੰ ਇਹਨਾਂ ਦੀ ਮਿਹਨਤ ਦਾ ਮੁੱਲ ਮਿਲੇਗਾ, ਇਹ ਦੇਖਣ ਵਾਲੀ ਗੱਲ ਰਹੇਗੀ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।